ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਤਿਹ ਮਹਿ ਕਰੋ ਪੁੰਨ ਸੋ ਅਮੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗ ਜੁਗ ਅਟਲ ਛਤਰ ਚਬਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਧਰਤ ਲੁਕਾਈ ਨੂੰ ਸੋਧਦਿਆਂ ਇੱਕ ਐਸੇ ਨਗਰ ਪਹੁੰਚੇ ਨੇ ਜਿਹੜਾ ਠੱਗਾਂ ਦਾ ਨਗਰ ਹੈ। ਠੱਗ ਵੀ ਐਸੇ ਨੇ ਕਿ ਬੰਦਾ ਮਾਰ ਦਿੰਦੇ ਨੇ, ਪੈਸੇ ਲੁੱਟ ਲੈਂਦੇ ਨੇ, ਨਹੀਂ ਤਾਂ ਅਮੂਮਨ ਡਾਕੂ ਇਹੋ ਜਿਹਾ ਕੰਮ ਕਰਦੇ ਹੁੰਦੇ ਨੇ ਕਿ ਜੇ ਉਹਨਾਂ ਦਾ ਕੋਈ ਰਸਤਾ ਰੋਕੇ ਤੇ ਉਹਨੂੰ ਰਸਤੇ ਚੋਂ ਹਟਾ ਦਿੰਦੇ ਨੇ। ਚੋਰਾਂ ਦਾ, ਠੱਗਾਂ ਦਾ, ਹੇਰਾ ਫੇਰੀ ਕਰਨ ਵਾਲਿਆਂ ਦਾ ਮਰਡਰ ਕਰਨਾ ਮਿਸ਼ਨ ਨਹੀਂ ਹੁੰਦਾ, ਉਹਨਾਂ ਦਾ ਤਾਂ ਪੈਸੇ ਨੂੰ ਖਸੋਟਣਾ ਹੁੰਦਾ ਹੈ। ਪਰ ਇਹ ਤਾਂ ਅਜੀਬ ਕਿਸਮ ਦੇ ਲੋਕ ਸਨ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਸਾਹਿਬ ਉੱਥੇ ਗਏ। ਜਦੋਂ ਗਏ ਨੇ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਬੜੀ ਖੁਸ਼ੀ ਹੋਈ, ਕਿਉਂਕਿ ਭਾਈ ਬਾਲੇ ਦਾ ਜਿਹੜਾ ਰੂਪ ਸੀ ਉਹ ਉਹਨਾਂ ਨੂੰ ਇੰਜ ਨਜ਼ਰ ਆਇਆ ਜਿਵੇਂ 12 ਸਾਲਾਂ ਦੀ ਕੋਈ ਵਿਆਹੀ ਕੁੜੀ ਹੋਵੇ। ਬੜੇ ਮਹਿੰਗੇ ਕੱਪੜੇ, ਬੜੇ ਮਹਿੰਗੇ ਉਸਨੇ ਅਪੂਖਣ ਗਹਿਣੇ ਪਾਏ ਹੋਣ। ਭਾਈ ਮਰਦਾਨਾ ਇਵੇਂ ਨਜ਼ਰ ਆਇਆ ਜਿਵੇਂ ਕੋਈ ਲਾਗੀ ਹੋਵੇ ਘਰ ਦਾ, ਪਿੰਡ ਦਾ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਇਵੇਂ ਨਜ਼ਰ ਆਏ ਜਿਵੇਂ ਚਿੱਟੇ ਕੱਪੜੇ, ਚਿੱਟਾ ਦਸਤਾਰਾ, ਹੱਥ ਵਿੱਚ ਵੱਡੇ ਵੱਡੇ ਸੋਨੇ ਦੇ ਕੜੇ,
ਕਿ ਜਿਵੇਂ ਕੋਈ ਬਾਪ ਆਪਣੀ ਬੱਚੀ ਨੂੰ ਕੋਈ ਸਹੁਰੇ ਛੱਡਣ ਜਾ ਰਿਹਾ ਹੋਵੇ, ਉਹਨਾਂ ਨੇ, ਕਿਉਂਕਿ ਉਹਨਾਂ ਦਾ ਤਰੀਕਾ ਹੀ ਇਹ ਸੀ ਕਿ ਰਾਤ ਆਏ ਮਹਿਮਾਨ ਨੂੰ ਰੋਟੀ ਵੀ ਖਵਾਉਣੀ, ਮੰਜਾ ਬਿਸਤਰਾ ਵੀ ਦੇਣਾ, ਸੁੱਤੇ ਪੈ ਨੂੰ ਮਾਰ ਦੇਣਾ। ਫਿਰ ਉਹਨਾਂ ਦੇ ਵਿੱਚ ਇੱਕ ਹੋਰ ਵੱਡੀ ਗੱਲ ਸੀ ਵੀ ਉਹ ਆਪਸ ਵਿੱਚ ਵੰਡ ਲੈਂਦੇ ਸੀ। ਨਹੀਂ ਤੇ ਸ਼ਾਇਦ ਇਹ ਕਹਾਵਤ ਤੁਸੀਂ ਸੁਣੀ ਹੋਵੇ ਕਿ ਚੋਰ ਜਦੋਂ ਚੋਰੀ ਕਰਦੇ ਨੇ ਤੇ ਉਦੋਂ ਆਪਸ ਵਿੱਚ ਨਹੀਂ ਲੜਦੇ, ਉਹ ਜਦੋਂ ਮਾਲ ਵੰਡਣ ਲੱਗਦੇ ਨੇ ਇੱਕ ਦੂਜੇ ਨਾਲ, ਜਦੋਂ ਹਿੱਸੇ ਪਤੀ ਦਾ ਮਸਲਾ ਆਉਂਦਾ ਤੇ ਲੜ ਪੈਂਦੇ ਨੇ। ਪਰ ਇਹ ਤਾਂ ਉਸ ਤੋਂ ਵੀ ਅੱਗੇ ਸੀ, ਇਹ ਤਾਂ ਲੜਦੇ ਹੀ ਨਹੀਂ ਸੀ ਆਪਸ ਵਿੱਚ। ਇਹ ਸਭ ਇੱਕ ਦੂਜੇ ਨਾਲ ਸ਼ੇਅਰ ਕਰਦੇ ਸੀ, ਵੰਡ ਲੈਂਦੇ ਸੀ। ਗੁਰੂ ਨੇ ਐਸੀ ਕਲਾ ਵਰਤਾਈ ਕਿ ਰਾਤ ਸੁੱਤੇ ਹੀ ਰਹੇ। ਸਤਿਗੁਰੂ ਸਵੇਰੇ ਉੱਠ ਕੇ ਚਲੇ ਗਏ। ਇਸ ਗੱਲ ਤੋਂ ਇਹਨਾਂ ਦੀ ਆਪਸ ਵਿੱਚ ਲੜਾਈ ਸ਼ੁਰੂ ਹੋ ਗਈ। ਇਹ ਕਹਿਣ ਵੀ ਉਹ ਘਰ ਵਾਲਾ ਝੂਠ ਬੋਲਦਾ, ਉਹ ਮਾਲ ਜ਼ਿਆਦਾ ਸੀ, ਇਕੱਲਾ ਹੀ ਖਾ ਗਿਆ। ਫਿਰ ਉਹਨੇ ਕੋਈ ਆਪਣੇ ਪੀਰਾਂ ਫਕੀਰਾਂ ਦਾ ਕੋਈ ਨੇਮ ਕੀਤਾ, ਸਹੁੰ ਚੁੱਕੀ ਕਿ ਭਾਈ ਮੈਂ ਤਾਂ ਖੁਦ ਆਪ ਲੁੱਟਿਆ ਗਿਆ ਕਿ ਮੈਂ ਤੇ ਸੁੱਤਾ ਹੀ ਰਹਿ ਗਿਆ। ਫਿਰ 4 ਪਿੰਡ ਦੇ ਬੰਦੇ ਮਗਰ ਚਲੇ ਕਿ ਫੜੋ ਉਹਨਾਂ ਨੂੰ। 5 ਮੀਲ ਦੂਰ ਉਹ ਆ ਕੇ ਸਤਿਗੁਰੂ ਜੀ ਨੂੰ ਮਿਲੇ। ਉੱਥੇ ਫਿਰ ਇੱਕ ਕੌਤਕ ਹੋਇਆ। ਅਖੀਰ ਉਹ 4 ਬੰਦੇ ਗੁਰੂ ਦੇ ਚਰਨਾਂ ਤੇ ਢਹਿ ਪਏ, ਗੁਰੂ ਜੀ ਨੂੰ ਵਾਪਸ ਨਗਰੀ ਵਿੱਚ ਲੈ ਆਏ। ਹੁਣ ਉਹ ਗੁਰੂ ਜੀ ਨੂੰ ਕਹਿੰਦੇ ਨੇ ਕਿ ਕਿਰਪਾ ਕਰੋ ਤੇ ਸਾਨੂੰ ਉਪਦੇਸ਼ ਦਿਓ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਜਿਸ ਪ੍ਰਕਾਰ ਹਵੈ ਭਲਾ ਹਮਾਰਾ, ਸਿੱਖਵਣ ਸੋ ਸੁਖਾਏ ਉਦਾਰਾ। ਕਹਿਣ ਲੱਗੇ ਜੀ ਜਿਸ ਪ੍ਰਕਾਰ ਸਾਡਾ ਭਲਾ ਹੋ ਸਕਦਾ ਹੈ। ਅੱਜ ਵੀ ਅਸੀਂ ਇੱਕ ਸ਼ਬਦ ਰੋਜ਼ ਪੜ੍ਹਦੇ ਹਾਂ, ਜਿਤ ਦੁਆਰੇ ਉਭਰੈ ਤੇ ਤੈਲੇ ਹੋ ਉਭਾਰ। ਵੀ ਜਿਵੇਂ ਬਚਾਇਆ ਜਾ ਸਕਦਾ, ਗੁਰੂ ਜੀ ਸਾਨੂੰ ਬਚਾਓ। ਅੱਜ ਤੋਂ 500 ਸਾਲ ਪਹਿਲਾਂ ਇਹਨਾਂ ਨੇ ਵੀ ਇਹੋ ਗੱਲ ਕਹੀ ਕਿ ਜਿਸ ਪ੍ਰਕਾਰ ਹਵੈ ਭਲਾ ਹਮਾਰਾ, ਸਿੱਖਵਣ ਸੋ ਸਿਖਾਏ ਉਧਾਰਾ। ਸਾਨੂੰ ਉਹ ਸਿੱਖਿਆ ਦਿਓ। ਦੇਖੋ ਉਦੋਂ ਤੇ ਅੱਜ ਵਿੱਚ ਇੰਨਾ ਹੀ ਫਰਕ ਹੈ। ਅੱਜ ਵੀ ਅਸੀਂ ਕਰੋਨੇ ਵਿੱਚ ਵੀ ਇੱਕੋ ਹੀ ਗੱਲ ਕਹੀ ਜਾਂਦੇ, ਮਹਾਰਾਜ ਤੁਸੀਂ ਕਰੋ ਜੋ ਕਰਨਾ ਹੈ। ਅਸੀਂ ਨਾ ਤੇ ਹੱਥ ਧੋਣੇ ਨੇ, ਨਾ ਸੈਨੀਟਾਈਜ਼ ਕਰਨੇ ਨੇ, ਨਾ ਮਾਸਕ ਲਾਉਣਾ ਹੈ, ਨਾ ਘਰ ਬਹਿਣਾ ਹੈ। ਸੇਵਾਦਾਰ ਤੁਰੇ ਫਿਰਦੇ ਨੇ ਵਿਚਾਰੇ, ਹੱਥ ਜੋੜਦੇ ਵੀ ਮਾਸਕ ਲਾ ਲਓ ਜੀ। ਅੱਛਾ, ਜਿਹਨੂੰ ਪੁੱਛੋ ਕਹਿੰਦੇ ਜੀ ਮੈਂ ਡਰਦਾ ਨਹੀਂ, ਮੈਂ ਨਹੀਂ ਪਰਵਾਹ ਕਰਦਾ। ਪਰਵਾਹ ਤੈਨੂੰ ਥੋੜਾ ਹੈ, ਪਰਵਾਹ ਤੇ ਜਦੋਂ ਤੂੰ ਮਰ ਗਿਆ ਪਰਿਵਾਰ ਨੂੰ ਹੋਏਗੀ ਨਾ। ਅਸੀਂ ਗੁਰਸਿੱਖ ਇੰਨੇ ਵਾਧੂ ਨਹੀਂ ਆ। ਸਾਡੀ ਪਰਵਾਹ ਸਾਡੇ ਬੱਚਿਆਂ ਨੂੰ, ਸਾਡੀ ਪਰਵਾਹ ਸਾਡੇ ਮਾਪਿਓ ਨੂੰ ਹੈ, ਸਾਡੀ ਕੌਮ ਨੂੰ ਹੈ। ਤੁਹਾਨੂੰ ਨਹੀਂ ਪਤਾ ਤੁਹਾਡਾ ਜੀਵਨ ਤੁਹਾਡੇ ਬੱਚਿਆਂ ਵਾਸਤੇ, ਤੁਹਾਡੇ ਮਾਪਿਓ ਵਾਸਤੇ, ਤੁਹਾਡੀ ਕੌਮ ਵਾਸਤੇ, ਤੁਹਾਡੇ ਧਰਮ ਵਾਸਤੇ ਬਹੁਤ ਕੀਮਤੀ ਹੈ। ਅੱਗੇ ਅਸੀਂ ਕਿੰਨੇ ਕਰੋੜ ਹੈਗੇ ਅਸੀਂ। ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਪਰਵਾਹ ਨਹੀਂ ਕਰਦਾ। ਹਾਂ, ਇਹ ਠੀਕ ਹੈ ਕਿ ਖਾਲਸਾ ਮਰਨ ਤੋਂ ਡਰਦਾ ਨਹੀਂ, ਪਰ ਉਹਦੇ ਲਈ ਇੱਕ ਪਾਠ ਵੀ ਹੈ ਕਿ ਮਰਨਾ ਕਾਹਦੇ ਲਈ ਹੈ। ਧਰਮ ਵਾਸਤੇ, ਅਣਖ ਵਾਸਤੇ, ਇੱਜ਼ਤ ਵਾਸਤੇ, ਗੈਰਤ ਵਾਸਤੇ, ਸਵੈਮਾਨ ਵਾਸਤੇ, ਆਪਣੇ ਦੇਸ਼ ਵਾਸਤੇ। ਉਹ ਮਰਨਾ ਪ੍ਰਵਾਨ ਹੈ। ਮਤਲਬ ਐਵੇਂ ਸਕੂਟਰ 140 ਤੇ ਭਜਾ ਕੇ ਖੱਡੇ 'ਚ ਮਾਰ ਕੇ ਮਰ ਜਾਓ, ਤੁਸੀਂ ਕਹੋ ਜੀ ਮੈਂ ਨਹੀਂ ਪਰਵਾਹ ਕਰਦਾ ਜੀ, ਤੇ ਕਿਸੇ ਨੇ ਚੌਂਕ 'ਚ ਬੁੱਤ ਨਹੀਂ ਲਾਉਣਾ। ਮਤਲਬ ਅਗਰ ਅਸੀਂ ਕਮਲੀ ਗੱਲ ਕਰਾਂਗੇ ਤਾਂ ਉਸ ਨੂੰ ਕੋਈ ਵੀ ਪ੍ਰਵਾਨ ਨਹੀਂ ਕਰੇਗਾ। ਸਿੱਖ ਧਰਮ ਦੇ ਵਿੱਚ ਬੇਪਰਵਾਹੀ ਮਨਜ਼ੂਰ ਹੈ, ਮਰਨਾ ਵੀ ਪ੍ਰਵਾਨ ਹੈ, ਪਰ ਧਰਮ ਵਾਸਤੇ,
ਅਣਖ ਵਾਸਤੇ, ਗੈਰਤ ਵਾਸਤੇ, ਸਵੈਮਾਨ ਵਾਸਤੇ, ਆਪਣੀ ਕੌਮ ਵਾਸਤੇ, ਆਪਣੇ ਹੱਕ ਹਕੂਕ ਵਾਸਤੇ, ਆਪਣੇ ਮੁਲਕ ਵਾਸਤੇ। ਫਿਰ ਤੇ ਭਾਈ ਤੁਹਾਡੀ ਕੁਰਬਾਨੀ ਹੈ। ਇਸ ਕਰਕੇ ਅੱਜ ਵੀ ਲੋੜ ਇਸੇ ਗੱਲ ਦੀ ਹੈ ਕਿ ਜੇ ਗੁਰੂ ਕੋਲ ਨੂੰ ਕਹਿੰਦੇ ਆ ਕਿ ਜਿੱਤ ਦੁਆਰੇ ਉਭਰੈ ਤਿੱਤੇ ਲੇਹੋ ਉਭਾਰ, ਤਾਂ ਫਿਰ ਭਾਈ ਅਕਲ ਦੀ ਗੱਲ ਜ਼ਰੂਰ ਗੁਰੂ ਦੀ ਸੁਣ ਲਈਏ ਅਸੀਂ। ਇਹ ਸਾਰੀਆਂ ਚੀਜ਼ਾਂ ਗੁਰੂ ਨੇ ਬਣਾਈਆਂ ਨੇ। ਦੇਖੋ ਨਾ, ਹੁਣ ਇਹ ਬਿਮਾਰੀ ਕਿੱਥੋਂ ਆਈ ਹੈ? ਬਿਮਾਰੀ ਵੀ ਰੱਬ ਨੇ ਪੈਦਾ ਕੀਤੀ ਹੈ। ਹੁਣ ਇਹਦੀ ਵੈਕਸੀਨ ਕਿੱਥੋਂ ਆਈ ਹੈ? ਉਹ ਵੀ ਰੱਬ ਨੇ ਪੈਦਾ ਕੀਤੀ ਹੈ। ਜਿਨ੍ਹਾਂ ਇਹ ਬਿਮਾਰੀ ਪੈਦਾ ਕੀਤੀ ਉਹ ਸ਼ੈਤਾਨ ਵੀ ਰੱਬ ਦੇ ਪੈਦਾ ਕੀਤੇ ਨੇ। ਜਿਨ੍ਹਾਂ ਨੇ ਦਵਾਈ ਬਣਾਈ ਉਹ ਭਗਵਾਨ ਵੀ ਰੱਬ ਦੇ ਪੈਦਾ ਕੀਤੇ ਨੇ। ਹੈ ਤੇ ਸਾਰੀ ਰਚਨਾ ਤੇ ਰੱਬ ਦੀ ਹੈ। ਕੌਣ ਭਲੇ ਕੋ ਮੰਦੇ, ਕਿਹਨੂੰ ਕਹੀਏ? ਇਹ ਚੰਗੇ ਮਾੜੇ ਜਿਹੜੇ ਸਾਰੇ ਨੇ ਇਹ ਸਭ ਰੱਬ ਦੇ ਨੇ। ਇਹ ਸਾਰੀ ਰਚਨਾ ਹੀ ਰੱਬ ਦੀ ਹੈ। ਚੰਗੇ ਵੀ ਉਹਦੇ ਨੇ, ਮਾੜੇ ਵੀ ਉਹਦੇ ਨੇ, ਸਭ ਕੁਝ ਉਸੇ ਦਾ ਹੀ ਹੈ। ਇਹ ਦੋ ਰੱਬ ਤਾਂ ਹੈ ਨਹੀਂ ਕਿ ਚੰਗਿਆਂ ਦਾ ਰੱਬ ਹੋਰ ਹੈ, ਮਾੜਿਆਂ ਦਾ ਰੱਬ ਹੋਰ ਹੈ। ਨਹੀਂ, ਚੰਗੇ ਤੇ ਮਾੜਿਆਂ ਸਾਰਿਆਂ ਦਾ ਰੱਬ ਇੱਕੋ ਹੀ ਹੈ। ਇਸ ਕਰਕੇ ਬਹੁਤ ਸੁਚੇਤ ਹੋਣ ਦੀ ਲੋੜ ਹੈ। ਅੱਜ ਦੀ ਕਥਾ ਨੂੰ ਵੀ ਸੁਣੋਗੇ ਤਾਂ ਉਹਨਾਂ ਵੰਚਕਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਜੀ ਉਪਦੇਸ਼ ਦਿਓ। ਜਦੋਂ ਵੀ ਗੁਰਦੁਆਰੇ ਆਉਨੇ ਹੁੰਨੇ ਹੋ, ਮੈਂ ਤੇ ਇੱਥੇ ਕਈ ਵੇਖੇ ਬੰਦੇ ਅੱਗੋਂ ਝੱਗਾ ਚੁੱਕ ਲੈਂਦੇ ਨੇ। ਉਹਨਾਂ ਦਾ ਮਤਲਬ ਹੁੰਦਾ ਵੀ ਮਾਲ ਡਿੱਗਣ ਲੱਗਾ ਵੀ ਕਿਤੇ ਥੱਲੇ ਨਾ ਡਿੱਗ ਪਵੇ। ਨਹੀਂ, ਗੁਰੂ ਨੇ ਤੁਹਾਨੂੰ ਕੀ ਦੇਣਾ ਹੈ? ਗੁਰੂ ਨੇ ਤੁਹਾਨੂੰ ਅਕਲ ਦੇਣੀ ਹੈ। ਇਹ ਚੇਤਾ ਰੱਖਣਾ। ਕਹਿੰਦੇ ਬੰਦਾ ਰੱਬ ਜਦੋਂ ਵੀ ਮਾਰਦਾ ਹੈ ਨਾ, ਡੰਡਾ ਸੋਟਾ ਨਹੀਂ ਮਾਰਦਾ। ਰੱਬ ਜਦੋਂ ਵੀ ਮਾਰਦਾ ਕਿਸੇ ਨੂੰ ਆਪਣੀ ਲੱਤ ਵੀ ਨਹੀਂ ਮਾਰਦਾ। ਉਹ ਤੇ ਜਦੋਂ ਮਾਰਦਾ ਉਹ ਮੱਤ ਹੀ ਮਾਰਦਾ। ਬੰਦਾ ਪੁੱਠੀਆਂ ਗੱਲਾਂ ਕਰਦਾ, ਪੁੱਠੇ ਕੰਮ ਕਰਦਾ, ਆਪੇ ਖਤਮ ਹੋ ਜਾਂਦਾ। ਜਿਸ ਨੂੰ ਆਪ ਖੁਹਾਏ ਕਰਤਾ, ਖੁਸ ਲਏ ਚੰਗਿਆਈ। ਤੇ ਜਿਨ੍ਹਾਂ ਨੂੰ ਉਸਨੇ ਇੱਜ਼ਤ ਮਾਣ ਦੇਣਾ ਹੈ, ਜਿਨ੍ਹਾਂ ਨੂੰ ਮਾਣ ਤਾਣ ਦੇਣਾ ਹੈ, ਉਹਨਾਂ ਲਈ ਉਹ ਦੂਜਾ ਰਸਤਾ ਕਹਿੰਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਾਰੀ ਦੁਨੀਆ ਉਹਨਾਂ ਦੀ ਮਹਿਮਾ ਗਾਉਂਦੀ ਹੈ ਭਾਈ। ਸੋ ਇਸ ਕਰਕੇ ਗੁਰੂ ਕੋਲੋਂ ਉਪਦੇਸ਼ ਮੰਗੋ, ਸਿੱਖਿਆ ਮੰਗੋ। ਜਦੋਂ ਵੀ ਆਉਨੇ ਗੁਰੂ ਕੋਲੋਂ ਮੱਤ ਮੰਗਿਆ ਕਰੋ। ਉਹ ਨਾ ਕਿਹਾ ਕਰੋ ਬਾਬਾ ਕਾਰ ਦੇ ਦੇ, ਕੀ ਕਰਨੀ, ਕੰਧ 'ਚ ਮਾਰਨੀ ਹੈ? ਕਾਰ ਤਾਂ ਉਹ ਦੇ ਦੂਗਾ, ਤੂੰ ਸ਼ਰਾਬ ਪੀ ਕੇ ਚਲਾਏਗਾ। ਨਹੀਂ, ਉਹਨੂੰ ਕਹਿ ਸੱਚੇ ਪਾਤਸ਼ਾਹ ਮੈਨੂੰ ਮੱਤ ਦੇ। ਦੇਖੋ ਜਿਹੜੀਆਂ ਤੁਹਾਡੇ ਘਰ ਚੀਜ਼ਾਂ ਆਉਂਦੀਆਂ ਨੇ, ਟੀਵੀ ਆਉਂਦਾ ਹੈ, ਫਰਿੱਜ ਆਉਂਦੀ ਹੈ, ਕੋਈ ਮਸ਼ੀਨ ਆਉਂਦੀ ਹੈ, ਤੇ ਫਿਰ ਕੀ ਹੁੰਦਾ? ਉਹਦਾ ਇੱਕ ਡੈਮੋ ਦੇਣ ਲਈ ਇੱਕ ਇੰਜੀਨੀਅਰ ਆਉਂਦਾ ਹੈ ਤੁਹਾਡੇ ਘਰ। ਚਲਾਉਣਾ ਕਿਵੇਂ? ਉਹਨੂੰ ਚਲਾਉਣਾ ਵੀ ਤਾਂ ਸਿੱਖੋ ਨਾ। ਇਹ ਗੱਲ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਜਿਹੜੀਆਂ ਚੀਜ਼ਾਂ ਰੱਬ ਨੇ ਦਿੱਤੀਆਂ ਨੇ, ਜੇ ਸਾਨੂੰ ਇਹ ਚੀਜ਼ਾਂ ਵਰਤਣੀਆਂ ਆਉਂਦੀਆਂ ਤੇ ਕੀ ਇਸ ਤਰ੍ਹਾਂ ਹੁੰਦਾ? ਪਿਛਲੇ ਸਾਲ ਕਿੰਨਾ ਦੁੱਖ ਭੋਗਿਆ ਸੀ, ਕੀ ਸਿੱਖਿਆ? ਕੁਛ ਵੀ ਨਹੀਂ। ਫਿਰ ਉਹੀ ਵਿਆਹ, ਉਹੀ 2-2, 5-5 ਹਜ਼ਾਰ ਦੇ ਇਕੱਠ 'ਚ ਭੋਗ। ਨਤੀਜਾ ਕੀ ਨਿਕਲਿਆ? ਬਿਮਾਰੀ ਫੇਰ ਆ ਗਈ। ਇਹ ਬਿਮਾਰੀ ਇਕੱਲੇ ਸਾਡੇ ਮੁਲਕ 'ਚ ਨਹੀਂ ਆਈ, ਅਮਰੀਕਾ 'ਚ ਵੀ ਆਈ ਹੈ। ਅੱਜ ਉਹਨਾਂ ਨੇ ਅਮਰੀਕਾ ਖੋਲ ਦਿੱਤਾ। ਉਹ ਕਹਿੰਦੇ ਮਾਸਕ ਲਾਉਣ ਦੀ ਲੋੜ ਵੀ ਨਹੀਂ ਹੈਗੀ। ਪਰ ਸਾਡਾ ਮੁਲਕ ਹੈ ਵੀ ਇੱਥੇ ਹੁਣ ਡੈੱਡ ਬੋਡੀਆਂ ਵੀ ਨਹੀਂ ਸੰਭਾਲੀਆਂ ਜਾਂਦੀਆਂ। ਇਸ ਕਰਕੇ ਗੁਰੂ ਕੋਲ ਜਦੋਂ ਵੀ ਆਉਣਾ ਹੈ ਅਕਲ ਮੰਗਣੀ ਹੈ। ਜਦੋਂ ਗੁਰੂ ਕੋਲ ਆਉਣਾ ਹੈ ਉਦੋਂ ਹੀ ਕਹਿਣਾ ਹੈ ਕਿ ਸਾ ਮਤ ਦੇਹੋ ਦਿਆਲ ਪ੍ਰਭ। ਵਾਹਿਗੁਰੂ ਜੀ ਮਤ ਦਿਓ, ਸਦ ਬੁੱਧੀ ਦਿਓ ਸਾਨੂੰ। ਦੀਜੈ ਬੁੱਧ ਵਿਵੇਕਾ, ਗਿਆਨ ਵਾਲੀ ਮਤ ਦਿਓ ਸਾਨੂੰ। ਮੂਰਖ ਵਾਲੀ ਮਤ ਤੇ ਸਾਡੇ ਕੋਲ ਬਥੇਰੀ ਹੈ। ਵੰਚਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਾਪਸ ਆਪਣੇ ਪਿੰਡ ਲਿਆਂਦਾ ਤੇ ਲਿਆ ਕੇ ਬੇਨਤੀ ਕੀਤੀ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਸਿਖਵਣ ਸੋ ਸਿਖਾਏ ਉਦਾਰਾ, ਜਿਸ ਪ੍ਰਕਾਰ ਹੈ ਭਲਾ ਹਮਾਰਾ। ਇਹ ਦੱਸੋ ਸਾਡਾ ਭਲਾ ਕਿਵੇਂ ਹੋ ਸਕਦਾ ਹੈ? ਅਸੀਂ ਕੀ ਚਾਹੁੰਦੇ ਆ
ਅਸੀਂ ਚਾਹੁੰਦੇ ਕਿ ਮੈਂ ਜੋ ਮਰਜ਼ੀ ਕਰਾਂ, ਪਰ ਤੁਸੀਂ ਮੇਰਾ ਭਲਾ ਕਰ ਦਿਓ ਜੀ। ਇਦਾਂ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਆਪਣਾ ਭਲਾ ਆਪ ਕਰਨਾ ਹੋਏਗਾ। ਇਹ ਗੁਰਬਾਣੀ ਦਾ ਫੈਸਲਾ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਹੁਣ ਕਹਿੰਦਾ ਪੇਸ਼ੈਂਟ ਠੀਕ ਨਾ ਹੋਣਾ ਚਾਹੇ, ਡਾਕਟਰ ਕੀ ਕਰੇਗਾ? ਡਾਕਟਰ ਆਕਸੀਜਨ ਲਾ ਕੇ ਗਿਆ, ਡਾਕਟਰ ਤੁਹਾਨੂੰ ਗਲੂਕੋਜ਼ ਲਾ ਕੇ ਗਿਆ, ਉਹ ਡਾਕਟਰ ਬਾਹਰ ਕਮਰੇ ਚੋਂ ਨਿਕਲਿਆ, ਤੁਸੀਂ ਸਿਰਿੰਜ ਪੁੱਟ ਦਿਓਗੇ, ਮਾਸਕ ਉਤਾਰ ਦਿਓਗੇ, ਦੱਸੋ ਡਾਕਟਰ ਕਿਹੜੀ ਕੰਧ 'ਚ ਸਿਰ ਮਾਰੇਗਾ ਬਈ? ਮਾਂ-ਬਾਪ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ ਹੈ, ਤੁਸੀਂ ਜਾ ਕੇ ਸਟੱਡੀ ਰੂਮ ਦੀ ਜਗ੍ਹਾ, ਕਲਾਸ ਰੂਮ ਦੀ ਜਗ੍ਹਾ ਤੁਸੀਂ ਜਾ ਕੇ ਕੰਟੀਨ 'ਚ ਬੈਠੇ ਰਹੋ, ਦੱਸੋ ਮਾਂ-ਪਿਓ ਕੀ ਕਰੇਗਾ? ਉਹ ਤੁਹਾਨੂੰ ਮੋਟਰਸਾਈਕਲ ਦੇਣ ਵੀ ਜਾ ਕਾਕਾ ਕਾਲਜ ਜਾ, ਤੇ ਤੁਸੀਂ 4 ਲੜਕੇ ਇਕੱਠੇ ਹੋ ਕੇ ਨਹਿਰ ਤੇ ਨਹਾਉਣ ਚਲੇ ਜਾਓ, ਦੱਸੋ ਮਾਂ-ਪਿਓ ਕਿਹੜੀ ਕੰਧ 'ਚ ਸਿਰ ਮਾਰੇਗਾ ਜੀ? ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕੋਈ ਤੁਹਾਡੀ ਮਦਦ ਕਰ ਸਕਦਾ ਹੈ, ਕੋਈ ਤੁਹਾਡਾ ਸਹਿਯੋਗ ਕਰ ਸਕਦਾ ਹੈ, ਪਰ ਜੇ ਤੁਸੀਂ ਆਪਣਾ ਆਪ ਨਹੀਂ ਕਰਨਾ ਚਾਹੋਗੇ ਤੇ ਕੋਈ ਵੀ ਕੁਝ ਨਹੀਂ ਕਰ ਸਕਦਾ। ਇਸ ਕਰਕੇ ਪਹਿਲਾਂ ਇਹ ਫੈਸਲਾ ਕਰੋ। ਸਵਾਲ ਇਹ ਨਹੀਂ ਹੁੰਦਾ ਕਿ ਤੁਸੀਂ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਹੋ, ਪਹਿਲੇ ਪਤਾ ਕਰ ਲਓ ਵੀ ਇਹ ਪੜ੍ਹਨ ਵਾਲਾ ਹੈਗਾ ਵੀ ਹੈ। ਸਵਾਲ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਕਾਰੋਬਾਰ ਖੋਲ ਕੇ ਦੇਣਾ, ਪਹਿਲਾਂ ਇਹ ਪਤਾ ਕਰੋ ਵੀ ਹੱਡੀ ਦੇ ਬਹਿਣ ਜੋਗਾ ਹੈਗਾ ਵੀ ਹੈ, ਨਹੀਂ ਤੇ ਤੁਹਾਡੀ ਰਾਸ ਪੂੰਜੀ ਵੀ ਲੁਟਾ ਦੇਗਾ। ਇਸੇ ਕਰਕੇ ਗੁਰੂ ਜੀ ਸਾਨੂੰ ਪਹਿਲਾਂ ਉਪਦੇਸ਼ ਕਰਦੇ ਨੇ ਕਿ ਭਾਈ ਜੇ ਮੇਰੇ ਕੋਲ ਆਉਣਾ ਹੈ, ਇਹ ਸ਼ਰਤ ਸੁਣ ਲੈਣਾ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਇਹਦੇ ਅਰਥ ਕੀ ਕਰੋਗੇ ਜੀ ਤੁਸੀਂ? ਗੁਰਦੁਆਰੇ ਆਉਣ ਦੀ ਇੱਕ ਮਰਿਆਦਾ ਹੈ, ਇੱਕ ਕੋਰਮ ਹੈ, ਕੁਝ ਟਰਮ ਨੇ, ਕੁਝ ਕੰਡੀਸ਼ਨ ਨੇ। ਕੌਣ ਪੂਰੀਆਂ ਕਰਦਾ? ਕੋਈ ਵੀ ਨਹੀਂ। ਜੁੱਤੀ ਲਾ ਲਈ ਤੇ ਜਰਾਬਾਂ ਲਾਉਣ ਲਈ ਤਿਆਰ ਨਹੀਂ ਅਸੀਂ, ਉੱਥੇ ਜਰਾਬਾਂ ਦੀ ਲੜੀ ਜਾਂਦੇ ਅਸੀਂ, ਸਿਰ ਢੱਕਣ ਤੋਂ ਲੜੀ ਜਾਂਦੇ ਅਸੀਂ। ਇੱਥੇ ਤਾਂ ਟੋਟਲ ਜੀਵਨ ਪਰਿਵਰਤਨ ਹੋਣਾ ਹੈ। ਇੱਥੇ ਤਾਂ ਮਰ ਜੀਵੇ ਮਰੀਆ, ਪਹਿਲੇ ਜੀਵਨ ਵਾਲੇ ਪਾਸਿਓਂ ਖਤਮ ਹੋਣਾ ਪਵੇਗਾ, ਨਵੀਂ ਜੀਵਨ ਜਾਂਚ ਸ਼ੁਰੂ ਹੋਏਗੀ ਤੁਹਾਡੀ। ਇੱਕ ਆਦਮੀ ਨਸ਼ਈ ਹੈ, ਕਮਰਧਾਰੀ ਹੈ, ਤੁਸੀਂ ਕੀ ਸੋਚਦੇ ਵੀ ਇਹ ਨਰਕ ਸਵਰਗ ਨਹੀਂ ਹੈ? ਇਹ ਨਰਕ ਸਵਰਗ ਜਿੰਨਾ ਫਰਕ ਹੈ। ਉਹ ਜੀਵਨ ਹੋਰ ਹੈ, ਇਹ ਜੀਵਨ ਹੋਰ ਹੈ। ਜੇ ਅਜੇ ਵੀ ਨਹੀਂ ਬੇਨਤੀ ਮੇਰੀ ਸਮਝ ਆਈ ਤੇ ਮੈਂ ਦੂਜੀ ਬੇਨਤੀ ਆਪ ਜੀ ਨੂੰ ਕਰਾਂ ਕਿ ਉਲਟੀ ਰੇ ਮਨ, ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ, ਬਸ ਇੰਨੀ ਗੱਲ ਹੈ। ਘਰ ਬੈਠ ਜਾਓ, ਕਾਪੀ ਪੈਨ ਫੜ ਲਓ, ਤੁਹਾਡੀ ਨਜ਼ਰ ਵਿੱਚ ਸਾਕਤ ਕੌਣ ਹੈ? ਤੁਸੀਂ ਕਹਿੰਦੇ ਜੀ ਮੈਂ ਧਰਮੀ ਆ, ਠੀਕ ਹੈ ਜੀ ਮੈਂ ਧਰਮੀ ਹੈ ਜੀ। ਰੱਬ ਤੋਂ ਟੁੱਟਿਆ ਹੋਇਆ ਕੌਣ ਹੈ? ਹੁਣ ਤੁਸੀਂ ਕਹੋਗੇ ਜੀ ਜਿਹੜਾ ਗਾਲਾਂ ਕੱਢਦਾ ਉਹ ਰੱਬ ਤੋਂ ਟੁੱਟਿਆ ਹੋਇਆ ਹੈ, ਜਿਹੜਾ ਚੋਰੀ ਚਕਾਰੀ ਕਰਦਾ ਜੀ ਰੱਬ ਤੋਂ ਟੁੱਟਿਆ ਹੋਇਆ ਹੈ, ਜਿਹੜਾ ਗੁਰਦੁਆਰੇ ਨਹੀਂ ਜਾਂਦਾ ਜੀ ਉਹ ਰੱਬ ਤੋਂ ਟੁੱਟਿਆ ਹੋਇਆ ਹੈ, ਜਿਹੜਾ ਦਾਨ ਪੁੰਨ ਨਹੀਂ ਕਰਦਾ ਜੀ ਉਹ ਰੱਬ ਤੋਂ ਟੁੱਟਿਆ ਹੋਇਆ ਹੈ। ਪਰ ਤੁਸੀਂ ਉਹਦੇ ਤੋਂ ਉਲਟਾ ਕੰਮ ਕਰਨਾ ਸ਼ੁਰੂ ਕਰ ਦਿਓ, ਤੁਸੀਂ ਜੁੜ ਜਾਓਗੇ। ਤੇ ਜੇ ਉਹੀ ਕੰਮ ਉਹ ਕਰਦਾ ਉਹੀ ਤੁਸੀਂ ਕਰਦੇ ਹੋ, ਤੇ ਫਿਰ ਉਹ ਕਿਵੇਂ ਟੁੱਟਿਆ ਤੇ ਤੁਸੀਂ ਕਿਵੇਂ ਜੁੜੇ ਹੋ ਬਈ? ਇਸੇ ਕਰਕੇ ਦੋ ਨਾਂ ਨੇ, ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ। ਦੋਵਾਂ ਦਾ ਰਸਤਾ ਹੀ ਵੱਖਰਾ ਹੈ, ਦੋਵਾਂ ਦਾ ਲਾਈਫ ਸਟਾਈਲ ਵੱਖਰਾ ਹੈ, ਜ਼ਿੰਦਗੀ ਦਾ ਜਿਉਣ ਦਾ ਢੰਗ ਹੀ ਹੋਰ ਹੈ। ਮਨਮੁਖ ਦਾ ਢੰਗ ਹੋਰ ਹੈ, ਗੁਰਮੁਖ ਦਾ ਹੋਰ ਹੈ। ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਹੁਣ ਇਹ ਕਹਿੰਦੇ ਨੇ ਜੀ ਸਾਨੂੰ ਉਹ ਰਸਤਾ ਦੱਸੋ, ਵੀ ਉਹ ਰਸਤਾ ਕਿਹੜਾ ਹੈ? ਸਾਨੂੰ ਉਹ ਰਸਤਾ ਦੱਸੋ, ਸਾਨੂੰ ਉਹ ਜੀਵਨ ਜਾਂਚ ਦੱਸੋ। ਹਾਂਜੀ। ਮਾਨਵ ਸਰਬ ਕੁਕਰਮਨ ਲਾਗੇ, ਸਮਝ ਪਰੀ ਤੁਮ ਦਰਸ਼ਨ ਪਾਗੇ। ਸਾਰੇ ਪਿੰਡ ਦੇ ਬੰਦੇ ਮਾੜੇ ਕੰਮ ਕਰਦੇ ਨੇ ਜੀ, ਇਹ ਤਾਂ ਤੁਹਾਡੇ ਦਰਸ਼ਨ ਹੋਏ, ਤੁਹਾਡੀ ਕਿਰਪਾ ਹੋਈ ਤੇ ਤੁਹਾਡੀ ਸ਼ਰਨ ਵਿੱਚ ਬੈਠੇ ਨੇ, ਨਹੀਂ ਤੇ ਕਦੇ ਕਿਸੇ ਆਏ ਪਰੌਣੇ ਦੀ ਸ਼ਰਨ ਵਿੱਚ ਨਹੀਂ ਬੈਠੇ ਤੇ ਬੰਦਾ ਮਾਰਦੇ ਨੇ, ਪੈਸੇ ਵੰਡ ਲੈਂਦੇ ਨੇ। ਹਾਂਜੀ।
ਬਿਨੈ ਸੁਣੀ ਤਿਨ ਕੀ ਗੁਣ ਖਾਨੀ, ਸੁਖਦ ਮੁਕਤ ਦਾ ਬੋਲੇ ਬਾਨੀ। ਸਤਿਗੁਰੂ ਜੀ ਨੇ ਉਹਨਾਂ ਦੀ ਬੇਨਤੀ ਸੁਣੀ ਤੇ ਮੰਨ ਲਈ, ਤੇ ਮੁਕਤੀ ਦੇ ਦਾਤੇ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਉਚਾਰੇ। ਹਾਂਜੀ। ਨਿੰਦ ਜੀਵ ਕਾ ਪਾਛਲ ਤਿਆਗੋ, ਕਿਰਖੀ ਕਰਨ ਭਲੇ ਮਗ ਲਾਗੋ। ਆਖਿਆ ਇਹ ਤੁਹਾਡੀ ਕਿਰਤ ਨਿੰਦਨ ਯੋਗ ਹੈ, ਮਾੜੀ ਹੈ, ਭੈੜੀ ਹੈ, ਇਹ ਗੰਦੀ ਕਿਰਤ ਹੈ। ਬੰਦਾ ਹੀ ਮਾਰ ਦੇਣਾ 4 ਪੈਸਿਆਂ ਪਿੱਛੇ, ਇਸ ਤੋਂ ਵੱਡੀ ਨਿੰਦ ਕਿਰਤ ਕੀ ਹੋ ਸਕਦੀ ਹੈ। ਅੱਜ ਤੋਂ ਬਾਅਦ ਖੇਤੀਬਾੜੀ ਕਰੋ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਖੇਤੀਬਾੜੀ ਤੋਂ ਪਵਿੱਤਰ ਨਾ ਨੌਕਰੀ ਹੈ, ਨਾ ਵਪਾਰ ਹੈ, ਨਾ ਸੁਦਾਗਰੀ ਹੈ। 4 ਕੰਮਾਂ ਦਾ ਸਤਿਗੁਰੂ ਨੇ ਸੋਰਠ ਰਾਗ ਵਿੱਚ ਜ਼ਿਕਰ ਵੀ ਕੀਤਾ ਹੈ। ਔਰ ਸਭ ਤੋਂ ਪਹਿਲਾ ਹੈ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਸਭ ਤੋਂ ਉੱਤਮ ਹੈ। ਹਾਂਜੀ। ਅਬ ਜੇਤੋ ਘਰ ਮੈਂ ਹੋ ਦਰਬਾ, ਪਾਪਨ ਕਾ ਸੋ ਲਟਾਵੋ ਸਰਬਾ। ਸਤਿਗੁਰੂ ਕਹਿਣ ਲੱਗੇ ਹੁਣ ਜਿਹੜਾ ਧਨ ਤੁਹਾਡੇ ਘਰ ਵਿੱਚ, ਇਹ ਪਾਪ ਦਾ ਧਨ ਹੈ, ਕਿਉਂਕਿ ਬੰਦੇ ਮਾਰ ਕੇ ਇਕੱਠਾ ਕੀਤਾ, ਇਹਨੂੰ ਕੱਢੋ। ਇਹ ਜ਼ਰੂਰ ਚੇਤਾ ਰੱਖਣਾ, ਜਿੰਨਾ ਚਿਰ ਮਾੜੀ ਕਮਾਈ ਤੁਹਾਡੇ ਘਰ ਵਿੱਚ ਰਹੇਗੀ, ਤੁਹਾਡੇ ਘਰ ਚੋਂ ਬਿਮਾਰੀ, ਤੁਹਾਡੇ ਘਰ ਚੋਂ ਝਗੜਾ, ਤੁਹਾਡੇ ਘਰ ਦੀਆਂ ਵਿਗੜ ਰੁਕਾਵਟਾਂ ਕੋਈ ਪੀਰ ਫਕੀਰ ਠੀਕ ਕਰ ਹੀ ਨਹੀਂ ਸਕਦਾ। ਸਾਡਾ ਫਰਕ ਕੀ ਹੈ? ਅਸੀਂ ਨਾ ਹਾਈਟੈਕ ਹੋ ਗਏ ਹਾਂ, ਕੰਪਿਊਟਰ ਤੋਂ ਰੱਬ ਲੱਭਦੇ ਫਿਰਦੇ ਹਾਂ ਅਸੀਂ, ਗੂਗਲ ਜੀ ਮਹਾਰਾਜ ਤੋਂ ਹਰ ਗੱਲ ਪੁੱਛਦੇ ਫਿਰਦੇ ਹਾਂ ਅਸੀਂ। ਐਸਾ ਸਰਚ ਇੰਜਨ ਲੱਭ ਲਿਆ, ਹਰ ਗੱਲ ਗੂਗਲ ਜੀ ਮਹਾਰਾਜ ਤੋਂ ਪੁੱਛਣੀ ਹੈ। ਵੀ ਗੂਗਲ ਜੀ ਮਹਾਰਾਜ ਦੀ ਪੁੱਛੋ ਵੀ ਆਪਣੀ ਕੀ ਸਾਧਨ ਹੈ ਕੋਈ ਨਾ। ਕੁਝ ਤੁਸੀਂ ਫੀਡ ਕੀਤਾ, ਕੁਝ ਮੈਂ ਫੀਡ ਕੀਤਾ, ਕੁਝ ਇਹਨੇ ਕੀਤਾ, ਕੁਝ ਉਹਨੇ ਕੀਤਾ। ਗੂਗਲ ਕੋਲੇ ਕੀ ਹੈ? ਕੁਝ ਵੀ ਨਹੀਂ। ਉਹਨੇ ਕਦੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ, ਕਦੇ ਉਹਨੇ ਨਿਤਨੇਮ ਕੀਤਾ, ਕਦੇ ਉਹਨੇ 10 ਨੌਆਂ ਦੀ ਕਿਰਤ ਕੀਤੀ, ਕਦੇ ਉਹਨੇ ਦਾਨ ਪੁੰਨ ਕੀਤਾ, ਉਹਨੇ ਸੰਗਤ ਕੀਤੀ ਹੈ। ਗੂਗਲ ਦੇ ਕੋਲੇ ਕੀ ਹੈ? ਜੋ ਤੁਸੀਂ ਚੜਾ ਦਿੱਤਾ ਉਹ, ਜੋ ਮੈਂ ਚੜਾ ਦਿੱਤਾ ਉਹ, ਜੋ ਉਹਨੇ ਚੜਾ ਦਿੱਤਾ ਉਹ, ਕੁੱਲ ਦੁਨੀਆ ਦੀ ਇਨਫੋਰਮੇਸ਼ਨ ਉਹ ਇਕੱਠੀ ਕਰਕੇ ਬੈਠਾ, ਉਹ ਤੁਹਾਡੀਆਂ ਗੱਲਾਂ ਤੁਹਾਨੂੰ ਸੁਣਾਈ ਜਾਂਦਾ। ਉਹਦੀ ਆਪਣੀ ਕੋਈ ਭਗਤੀ ਨਹੀਂ ਹੈ, ਉਹਦੀ ਆਪਣੀ ਕੋਈ ਸਾਧਨਾ ਨਹੀਂ ਹੈ, ਉਹਦਾ ਆਪਣਾ ਕੋਈ ਵਿਵੇਕ ਨਹੀਂ ਹੈ। ਮਤ ਸੋਚਣਾ ਵੀ ਉਹਦਾ ਆਪਣਾ ਕੋਈ ਅਨੁਭਵ ਹੈ, ਨਹੀਂ, ਉਹਦਾ ਆਪਣਾ ਕੋਈ ਅਨੁਭਵ ਨਹੀਂ ਹੈ। ਆ ਤੁਸੀਂ ਨੈਵੀਗੇਸ਼ਨ ਪਾਉਨੇ ਹੋ ਰਸਤੇ ਵਾਸਤੇ, ਤੁਹਾਡੇ ਨਾਲ ਜ਼ਰੂਰ ਵਾਪਰਿਆ ਹੋਏਗਾ। ਠੀਕ ਲੈ ਜਾਂਦਾ ਹੈ, ਠੀਕ ਹੈ, ਪਰ ਕਈ ਵਾਰੀ ਐਸੀ ਮੱਤ ਮਾਰਦਾ, ਐਸੀ ਮੱਤ ਮਾਰਦਾ, ਕਿਤੇ ਦਾ ਕਿਤੇ ਸੁੱਟ ਦਿੰਦਾ ਬੰਦੇ ਨੂੰ ਜਾ ਕੇ। ਇਹਨਾਂ ਮਗਰ ਤੁਰੋਗੇ ਤੇ ਇਦਾਂ ਹੀ ਹੋਏਗਾ। ਇਹ ਜਿਹੜੀ ਅਸੀਂ ਹਾਈਟੈਕ ਜਿਹੜੀ ਇਹ ਬਣਾ ਲਈ ਹੈ ਨਾ ਸਾਰੀ, ਇਹ ਸਪਿਰਿਚੁਅਲ ਆਪਣੀ ਲਾਈਫ, ਇਹ ਬੜੀ ਡੇਂਜਰਸ ਹੈ, ਬਹੁਤ ਖਤਰਨਾਕ ਹੈ। ਕੋਈ ਗੱਲ ਸੁਣਨ ਨੂੰ ਕੋਈ ਕਿਸੇ ਦੀ ਤਿਆਰ ਹੀ ਨਹੀਂ ਹੈਗਾ। ਸਾਡੇ ਬਜ਼ੁਰਗ ਜਦੋਂ ਵੀ ਘਰ ਵਿੱਚ ਲੜਾਈ ਆਉਣੀ, ਘਰ ਵਿੱਚ ਝਗੜਾ ਆਉਣਾ, ਘਰ ਵਿੱਚ ਬਿਮਾਰੀ ਆਉਣੀ, ਘਰ 'ਚ ਕੋਈ ਘਾਟਾ ਪੈਣਾ, ਕਹਿਣਾ ਪੁੱਤਰ ਇਹ ਘਰ ਵਿੱਚ ਕੋਈ ਗਲਤ ਪੈਸਾ ਆਇਆ ਸੀ, ਚਲਾ ਗਿਆ। ਪਾਪ ਦੀ ਕਮਾਈ ਦਾ ਇੱਕ ਪਾਠ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਇਹ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਜਿਹੜਾ ਕੱਚਾ ਧਨ ਹੈ ਨਾ, ਇਹ ਤੁਹਾਡੇ ਨਾਲ ਵੀ ਨਹੀਂ ਜਾਣਾ, ਤੁਹਾਨੂੰ ਪ੍ਰਾਪਤ ਵੀ ਨਹੀਂ ਹੋਣਾ। ਇਹਦੀ ਤੁਹਾਡੇ ਕੋਲ ਕੋਈ ਹੱਕ ਪ੍ਰਸਤੀ ਨਹੀਂ ਹੈ। ਹੁਣ ਜਿਹੜਾ ਪੈਸਾ ਬੈਂਕ ਵਿੱਚ ਹੈ, ਕੀ ਗਰੰਟੀ ਹੈਗੀ ਵੀ ਤੁਹਾਡਾ ਹੈਗਾ ਕਿ ਨਹੀਂ ਹੈਗਾ? ਕੱਲ ਨੂੰ ਬੈਂਕ ਵਾਲੇ ਕੀ ਚਿੱਠੀ ਪਾ ਦੇਣਗੇ ਵੀ ਦੀਵਾਲੀਆ ਨਿਕਲ ਗਿਆ ਜੀ, ਕੀ ਕਰ ਲਓਗੇ ਤੁਸੀਂ?
ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਵੀ ਅਸੀਂ ਤੋਂ ਇਕੱਠੇ ਲੁਫਤਾਨਸਾ ਤੇ ਚੜੇ ਇੰਡੀਆ ਤੋਂ, ਜਰਮਨ ਹੋ, ਪਹਿਲਾਂ ਇੱਥੇ ਫਲਾਈਟ ਲੇਟ ਹੋ ਗਈ, ਅੱਗੋਂ ਅਗਲੀ ਟ੍ਰਾਂਜ਼ਿਟ ਸਾਰੀ ਲੇਟ ਹੋ ਗਈ। ਹੁਣ ਉਹਨਾਂ ਨੇ 10-10 ਯੂਰੋ ਦੇ ਕੂਪਨ ਦੇਤੇ ਵੀ ਇੱਥੇ ਖਾਣਾ ਖੂਣਾ ਖਾ ਲਓ ਤੁਸੀਂ। ਤੇ ਮੇਰੇ ਨਾਲ ਇੱਕ ਕਮਿਊਨੀਕੇਸ਼ਨ ਦਾ ਬਹੁਤ ਵੱਡਾ ਇੱਕ ਪੁਰਾਣਾ ਅਫਸਰ ਪੰਜਾਬ ਦਾ, ਸਮਰਾਲੇ ਦਾ, ਉਹ ਲਿਟਰਲੀ ਰੋਇਆ। ਕੀ ਹੋਇਆ? ਕਹਿੰਦਾ ਅੱਜ ਪੰਜਾਬ ਦਾ ਸਭ ਤੋਂ ਵੱਡਾ ਅਫਸਰ ਮੈਂ ਹੋਣਾ ਸੀ, ਟੈਲੀਫੋਨ ਡਿਪਾਰਟਮੈਂਟ ਦਾ। ਕਹਿੰਦਾ ਐਵੇਂ ਬਸ ਬਾਹਰ ਤੁਰ ਪਿਆ, ਚਲਾ ਗਿਆ। ਮੈਂ ਕਿਹਾ ਤਾਂ ਕੀ ਹੋਇਆ? ਕਹਿੰਦਾ ਗਿਆਨੀ ਜੀ ਬੱਚੇ ਉਧਰੋਂ ਭੱਜ ਗਏ ਨੇ, ਪ੍ਰਾਪਰਟੀ ਇਧਰੋਂ ਭੱਜ ਗਈ ਹੈ, ਮਗਰੋਂ ਲੋਕਾਂ ਨੇ ਜਾਇਦਾਦ ਸੰਭਾਲ ਲਈ, ਅੱਗੋਂ ਨਿਆਣੇ ਦੌੜ ਗਏ ਨੇ, ਇਕੱਲਾ ਹੀ ਆ ਕਹਿੰਦਾ ਮੈਂ। ਹੁਣ ਉਹ ਜਿਹੜਾ ਅਸੀਂ ਪੀਜ਼ਾ ਮੰਗਾਇਆ ਸੀ, ਨਾ ਉਹਨੂੰ ਲੰਘੇ ਨਾ ਮੈਨੂੰ ਲੰਘੇ, ਉਹਨੇ ਮਾਹੌਲ ਹੀ ਇਦਾਂ ਦਾ ਬਣਾਤਾ। ਉਹ ਰੋਣੋਂ ਨਾ ਹਟ ਰਹੇ। ਹੁਣ ਰੋਂਦੇ ਬੰਦੇ ਦੇ ਕੋਲ ਤੁਸੀਂ ਕਿਹੜੇ ਸਵਾਦ ਨਾਲ ਰੋਟੀ ਖਾ ਲਓਗੇ ਜੀ? ਅਸੀਂ ਭੁਲੇਖੇ ਚ ਆ। ਸਤਿਗੁਰੂ ਜੀ ਨੇ ਕਿਹਾ ਬਈ ਅੱਜ ਤੋਂ ਬਾਅਦ ਫਿਰ ਕਿਰਸਾਣੀ ਕਰਨੀ ਹੈ, ਇਹ ਸਭ ਤੋਂ ਉੱਤਮ ਖੇਤੀ ਹੈ, ਮੱਧਮ ਵਪਾਰ ਹੈ, ਨਖਿੱਧ ਚਾਕਰੀ ਹੈ, ਨੌਕਰੀ ਤੋਂ ਨਖਿੱਧ ਕੰਮ ਕੋਈ ਨਹੀਂ ਹੈ। ਸਾਰਾ ਦਿਨ ਮਾਲਕ ਦੀ ਜੀ ਹਜ਼ੂਰੀ ਕਰੀ ਜਾਓ, ਸ਼ਾਮ ਨੂੰ ਫਿਰ ਉਹ ਲਾਪਾ ਕਰ ਦੇਗਾ। ਕਦੇ ਤੁਹਾਨੂੰ ਪਤਾ ਮਾਲਕ ਨੌਕਰ ਦੀ ਲਾਪਾ ਕਿਉਂ ਕਰਦਾ ਹੈ? ਕਿਤੇ ਨੌਕਰ ਨੂੰ ਇਹ ਭੁਲੇਖਾ ਨਾ ਪੈ ਜਾਵੇ ਵੀ ਮੈਂ ਮਾਲਕ ਨਾਲੋਂ ਵੱਧ ਸਿਆਣਾ ਹੈ। ਇਹ ਜ਼ਰੂਰੀ ਨਹੀਂ ਕਿ ਹਰ ਨੌਕਰ ਪਾਗਲ ਹੁੰਦਾ, ਹਰ ਨੌਕਰ ਪਾਗਲ ਨਹੀਂ ਹੁੰਦਾ, ਮਾਲਕ ਚਤਰ ਹੁੰਦਾ ਹੈ ਕਿ ਉਹਦਾ ਟੁਕੜਾ ਸੂਤ ਕਰੀ ਰੱਖਣਾ ਹੈ। ਸ਼ਾਮ ਨੂੰ ਸੌਣ ਤੋਂ ਪਹਿਲਾਂ ਨੌਕਰ ਦੀ ਲਾਹ ਪਾ ਕਰਕੇ ਉਹਦੀ ਝੋਲੀ 'ਚ ਪਾ ਦੇਣੀ ਹੈ ਵੀ ਉਹ ਕੱਲ ਫਿਰ ਸੋਚੇ ਵੀ ਕਿਤੇ ਮਾਲਕ ਨੌਕਰੀ ਤੋਂ ਨਾ ਕੱਢ ਦੇ, ਵੀ ਕਿਤੇ ਇੰਨੀ ਗੱਲ ਕਹਿ ਹੀ ਨਾ ਸਕੇ ਵੀ ਮੈਂ ਮਾਲਕ ਦੇ ਸਿਆਣੇ ਨੌਕਰਾਂ ਚੋਂ ਮੈਂ ਇੱਕ ਹਾਂ, ਉਹ ਕਹਿ ਹੀ ਨਾ ਸਕੇ। ਇਹ ਸਭ ਤੋਂ ਨਿਖਿੱਧ ਚਾਕਰੀ ਹੈ। ਸਤਿਗੁਰੂ ਕਹਿਣ ਲੱਗੇ ਭਾਈ ਮਾਇਆ ਕੱਢੋ ਘਰਾਂ ਚੋਂ, ਇਹ ਪਾਪ ਦੀ ਮਾਇਆ ਹੈ, ਬੰਦੇ ਮਾਰ ਕੇ ਇਕੱਠੀ ਕੀਤੀ ਹੈ ਤੁਸੀਂ। ਇਸ ਕਰਕੇ ਪਾਪਨ ਕਾ ਇਹ ਸਰਬ ਲਟਾਵੋ, ਜਿਹੜਾ ਪਾਪ ਦਾ ਧਨ ਤੁਹਾਡੇ ਘਰ ਵਿੱਚ ਇਹਨੂੰ ਲੁਟਾ ਦਿਓ, ਵੰਡ ਦਿਓ ਇਹਨੂੰ। ਹਾਂਜੀ, ਕਰੋ ਕਮਾਈ ਹਾਥਨ ਸੰਗਾ, ਤੇ ਮੈਂ ਕਰੋ ਪੁੰਨ ਸੋ ਅਮੰਗਾ। ਅੱਜ ਤੋਂ ਬਾਅਦ ਇਹਨਾਂ ਹੱਥਾਂ ਦੀ ਕਮਾਈ ਕਰਨੀ ਹੈ, ਉਹਦੇ ਨਾਲ ਪੁੰਨ ਕਰਨਾ ਹੈ। ਹੁਣ ਚੇਤਾ ਕਰਨਾ ਵੀ ਜਿਹੜੀ ਅਸੀਂ ਸੇਵਾ ਕਰਦੇ ਆਪਾਂ ਕਹਿੰਦੇ ਅਸੀਂ ਦਾਨ ਕਰਦੇ ਹਾਂ ਜੀ, ਤੇ ਦਾਨ ਲੱਗਦਾ ਕਿਉਂ ਨਹੀਂ ਕਿ ਮਾਲ ਤੇ ਕਿਸੇ ਦਾ ਹੁੰਦਾ, ਟਕਾਈ ਕਿਸੇ ਨੂੰ ਜਾਂਦੇ ਆ। ਜਿਹੜਾ ਬੇਈਮਾਨੀ ਦਾ ਪੈਸਾ ਤੁਹਾਡਾ ਨਹੀਂ ਹੈ। ਮੈਂ ਇੱਕ ਵਾਰੀ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇੱਕ ਆਦਮੀ ਦੇ ਕੋਲ ਮੈਂ ਗਿਆ ਕਿ ਮੇਰੇ ਮੁੰਡੇ ਨੂੰ ਜੀ ਇਹ ਸੀਟ ਦੇ ਦਿਓ ਪੜ੍ਹਨ ਵਾਸਤੇ। ਉਹਨੇ ਦੇਤੀ ਵੀ ਹੈਡ ਗ੍ਰੰਥੀ ਦਾ ਲੜਕਾ ਹੈ, ਦੇ ਦਿਓ ਜੀ ਇਸ ਨੂੰ। ਹੁਣ ਸੀਟਾਂ ਤੇ ਤੁਹਾਨੂੰ ਪਤਾ ਹੀ ਹੈ ਵੀ ਫਿਕਸ ਹੁੰਦੀਆਂ ਨੇ, ਕਿਤੇ 40 ਹੋਣਗੀਆਂ, ਕਿਤੇ 100 ਹੋਏਗੀ, ਕਿਤੇ 50 ਹੋਏਗੀ, ਕਿਤੇ 250 ਹੋਏਗੀ। ਹੁਣ ਜਦੋਂ ਉਹ ਮੇਰੇ ਬੱਚੇ ਦੀ ਫੇਵਰ ਕਰੇਗਾ, ਇਹਦਾ ਅਰਥ ਹੈ ਕਿ ਜਿਹੜਾ ਬੱਚਾ ਡਿਜ਼ਰਵ ਕਰਦਾ ਹੈ ਉਹ ਰਹਿ ਜਾਏਗਾ। ਹੁਣ ਜੇ ਤੇ ਬੱਚਾ ਡਿਜ਼ਰਵ ਕਰਦਾ ਹੋਵੇ ਕਿਸੇ ਅਮੀਰ ਦਾ, ਚਲੋ ਕੋਈ ਗੱਲ ਨਹੀਂ, ਵੀ ਉਹਦੇ ਪਿਓ ਕੋਲ ਤੇ ਪੈਸੇ ਬਥੇਰੇ ਨੇ, ਮੈਂ ਭਾਈ ਸਾਹਿਬ ਦੇ ਬੱਚੇ ਨੂੰ ਅਕਮੋਡੇਟ ਕਰ ਦਿੱਤਾ ਹੈ। ਤੇ ਜੇ ਬੱਚਾ ਹੋਇਆ ਕਿਸੇ ਰੇਹੜੀ ਵਾਲੇ ਦਾ, ਸਬਜ਼ੀ ਵੇਚਣ ਵਾਲੇ ਦਾ, ਜੇ ਉਹ ਬੱਚਾ ਡਿਜ਼ਰਵ ਕਰਦਾ ਹੋਇਆ ਕਿਸੇ 3 ਵੀਲਰ ਵਾਲੇ ਦਾ, ਜੇ ਉਹ ਬੱਚਾ ਡਿਜ਼ਰਵ ਕਰਦਾ ਹੋਇਆ ਕਿਸੇ ਰਕਸ਼ਾ ਚਲਾਉਣ ਵਾਲੇ ਦਾ। ਹੁਣ ਮੇਰੇ ਵਰਗੇ ਬੱਚੇ ਦਾ ਤੇ ਇਹ ਵੀ ਨਹੀਂ ਪਤਾ ਵੀ ਪੜ੍ਹ ਕੇ ਨੌਕਰੀ ਵੀ ਕਰੇਗਾ ਕਿ ਨਹੀਂ ਕਰੇਗਾ, ਕਿਉਂਕਿ ਮੀਰਾਂ ਦੇ ਬੱਚਿਆਂ ਦੇ ਤੇ ਚੋਚਲੇ ਹੁੰਦੇ ਨੇ, ਪੜ੍ਹਾਈ ਵੀ ਚੋਚਲੇ ਹੁੰਦੇ ਨੇ। ਤੇ ਗਰੀਬ ਦਾ ਬੱਚਾ ਜੇ ਉਹ ਪੜ੍ਹਾਈ ਕਰ ਜਾਂਦਾ, ਉਹ ਕਿਤੇ ਚੰਗੀ ਨੌਕਰੀ ਤੇ ਲੱਗ ਜਾਂਦਾ, ਉਹਦੀ ਪੂਰੀ ਜਿਹੜੀ ਕੁੱਲ ਸੀ ਉਹ ਚੇਂਜ ਹੋ ਜਾਣੀ ਸੀ। ਜਦੋਂ ਇੱਕ ਆਲੂ ਗੰਢੇ ਵੇਚਣ ਵਾਲੇ ਦਾ ਬੱਚਾ IAS ਬਣਦਾ ਹੈ ਨਾ,
ਪੂਰੀ ਕੁੱਲ ਦਾ ਉਧਾਰ ਹੁੰਦਾ ਹੈ ਉਸ ਤੋਂ ਬਾਅਦ। ਹੁਣ ਤੁਸੀਂ ਫਾਇਦਾ ਤੇ ਕੀਤਾ ਕਿਸੇ ਦਾ ਵੀ ਸੀਟ ਇਹਨੂੰ ਨਹੀਂ ਦਿੱਤੀ ਇਹਨੂੰ ਦੇਤੀ, ਪਰ ਤੁਸੀਂ ਸੋਚਦੇ ਹੋ ਤੁਸੀਂ ਕਿੱਡਾ ਵੱਡਾ ਪਾਪ ਕੀਤਾ ਹੈ। ਇੱਕ ਡਿਜ਼ਰਵ ਕਰਦੇ ਬੱਚੇ ਦੀ, ਜਿਹਦਾ ਹੱਕ ਬਣਦਾ ਸੀ, ਜਿਹੜਾ ਲਾਇਕ ਸੀ, ਜਿਹੜਾ ਨੇਕ ਸੀ, ਤੁਸੀਂ ਉਹਦੇ ਨਾਲ ਧਰੋਹ ਕਮਾਇਆ। ਹੁਣ ਉਹਦੀ ਪੂਰੀ ਫੈਮਿਲੀ ਸਫਰ ਕਰੇਗੀ, ਉਹਦਾ ਮਾਂ ਪਿਓ ਵੀ ਕਰੇਗਾ, ਉਹਦੇ ਬੱਚੇ ਵੀ ਕਰਨਗੇ, ਉਹਦਾ ਵਿਚਾਰੇ ਦਾ ਵਿਆਹ ਵੀ ਨਹੀਂ ਹੋਣਾ। ਇੱਕ IAS ਅਫਸਰ ਦੇ ਬੱਚੇ, IAS ਅਫਸਰ ਦਾ ਵਿਆਹ ਤੇ ਕਾਲੂ ਗੰਢੇ ਵੇਚਣ ਵਾਲੇ ਦੇ ਮੁੰਡੇ ਦਾ ਵਿਆਹ, ਕਿੰਨਾ ਫਰਕ ਹੈ। ਤੁਸੀਂ ਉਹਦਾ ਕੈਰੀਅਰ ਕ੍ਰਸ਼ ਕੀਤਾ ਹੈ, ਤਾਂ ਉਹਦੀ ਸਜ਼ਾ ਕਿਹਨੂੰ ਮਿਲੇਗੀ? ਤੁਹਾਨੂੰ ਮਿਲੇਗੀ, ਹੋਰ ਕਿਹਨੂੰ ਮਿਲੇਗੀ? ਤੁਹਾਨੂੰ ਲੱਗਦਾ ਜੀ ਮੈਂ ਕੀ ਕੀਤਾ ਹੈ, ਤੂੰ ਕਿਉਂ ਨਹੀਂ ਕੀਤਾ? ਸਾਰਾ ਹੀ ਤੂੰ ਕੀਤਾ। ਤੂੰ ਇੱਕ ਪਰਿਵਾਰ ਜਿਹੜਾ ਸੀ ਉਹਦਾ ਫਿਊਚਰ ਖਤਮ ਕਰ ਦਿੱਤਾ, ਜਦੋਂ ਕਿ ਸਹੀ ਫੈਸਲਾ ਕਰਨ ਨਾਲ ਉਹਦਾ ਫਿਊਚਰ ਬਰਾਈਟ ਹੋ ਸਕਦਾ ਸੀ। ਪੂਰੀ ਫੈਮਿਲੀ ਜਿਹੜੀ ਸੀ ਉਹ ਸਰਵਾਈਵ ਕਰ ਸਕਦੀ ਸੀ। ਸ਼ਾਇਦ ਇਹ ਗੱਲਾਂ ਕਦੇ ਸਾਨੂੰ ਸਮਝ ਆ ਸਕਣ। ਇਸੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਅੱਜ ਤੋਂ ਬਾਅਦ ਪਹਿਲਾਂ ਹੱਥਾਂ ਦੀ ਕਮਾਈ ਕਰੋ, ਫਿਰ ਪੁੰਨ ਕਰੋ। ਵੇਖੋ ਲੱਗਦਾ ਕਿ ਨਹੀਂ ਲੱਗਦਾ? ਕਿਸੇ ਦਾ ਪੈਸਾ ਕਿਸੇ ਨੂੰ ਤੋਰੀ ਜਾਂਦੇ ਅਸੀਂ, ਇਸੇ ਕਰਕੇ ਉਹ ਦਾਨ ਪੁੰਨ ਸਾਨੂੰ ਨਹੀਂ ਲੱਗਦਾ। ਲੱਗੇਗਾ ਤਾਂ ਉਹਨੂੰ ਹੀ ਲੱਗੇਗਾ ਜਿਨ੍ਹਾਂ ਦਾ ਪੈਸਾ ਹੈ। ਤੁਹਾਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਰੱਬ ਨੂੰ ਤੇ ਪਤਾ ਨਾ ਵੀ ਇਹ ਪੈਸਾ ਹੈ ਕਿਹਦਾ। ਅਗਰ ਉਹਦਾ ਕੋਈ ਪੁੰਨ ਫਲ ਹੋਏਗਾ ਕਿਤੇ ਤਾਂ ਆਪਣੇ ਆਪ ਉੱਥੇ ਪਹੁੰਚ ਜਾਏਗਾ। ਸ਼ਾਇਦ ਤੁਸੀਂ ਇੱਕ ਸ਼ਬਦ ਅੱਜ ਕੱਲ੍ਹ ਸੁਣਿਆ ਹੋਏਗਾ, ਲਾਇਲਟੀ। ਕੀ ਸ਼ਬਦ ਹੈ ਉਹ? ਕਿਤਾਬ ਕਿਸੇ ਨੇ ਲਿਖੀ, ਪ੍ਰਿੰਟ ਕਿਸੇ ਨੇ ਕੀਤੀ, ਵੇਚੀ ਕਿਸੇ ਹੋਰ ਨੇ। ਹੁਣ ਉਹ ਜਿੰਨਾ ਚਿਰ ਕਿਤਾਬ ਛਪਦੀ ਰਹੇਗੀ, ਵਿਕਦੀ ਰਹੇਗੀ, ਲਿਖਾਰੀ ਨੂੰ ਉਹਦੀ ਲਾਇਲਟੀ ਪਹੁੰਚਦੀ ਰਹੇਗੀ। ਬਸ ਇਸੇ ਤਰ੍ਹਾਂ ਹੀ ਹੈ, ਕਿਸੇ ਦਾ ਪੈਸਾ ਜਦੋਂ ਤੁਸੀਂ ਕਿਤੇ ਗਾਂਹ ਤੋਰੋਗੇ ਉਹਦਾ ਪੁੰਨ ਫਲ ਉਹਨੂੰ ਪਹੁੰਚਦਾ ਰਹੇਗਾ, ਕਿਉਂਕਿ ਮਾਇਆ ਉਹਦੀ ਹੈ। ਰੱਬ ਨੂੰ ਪਤਾ ਹੈ ਵੀ ਇਹ ਵਿਚਕਾਰਲਾ ਬੰਦਾ ਬੇਈਮਾਨ ਹੈ। ਇਸ ਕਰਕੇ ਨਾਨਕ ਅੱਗੇ ਸੋ ਮਿਲੈ, ਜੇ ਖਟੈ ਘਾਲੈ ਦੇ। ਸ਼ਾਇਦ ਅੱਜ ਕੋਈ ਥੋੜੀ ਜੀ ਗੱਲ ਸਾਨੂੰ ਸਮਝ ਆ ਸਕੇ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਇਹ ਫਲੀਭੂਤ ਕਿਉਂ ਨਹੀਂ ਹੁੰਦਾ। ਇਸ਼ਨਾਨ ਕੀਤਾ ਵੀ ਗਿਆ, ਪਾਠ ਕੀਤਾ ਵੀ ਗਿਆ, ਦਾਨ ਪੁੰਨ ਕੀਤਾ ਵੀ ਗਿਆ, ਲੱਭਾ ਕੁਝ ਵੀ ਨਹੀਂ। ਸਾਰੀ ਜ਼ਿੰਦਗੀ ਗੁਰਦੁਆਰੇ ਦੇ, ਮੰਦਿਰ ਦੇ, ਮਸਜਿਦ ਦੇ ਗੇੜੇ ਕੱਢਦੇ ਰਹੇ, ਅੱਜ ਨਤੀਜਾ ਕੀ ਨਿਕਲਦਾ? ਸਗੋਂ ਅਸੀਂ ਕੱਟੜ ਹੋ ਜਾਂਦੇ ਹਾਂ। ਅਸੀਂ ਇੱਕ ਦੂਜੇ ਨੂੰ ਛੇਤੀ ਮਾਰਨ ਤੇ ਉਤਰ ਆਉਂਦੇ ਹਾਂ। ਸਾਨੂੰ ਗੁੱਸਾ ਬਹੁਤ ਚੜ੍ਹਦਾ। ਇਹ ਸਾਰਾ ਕੁਝ ਇਸ ਕਰਕੇ ਹੈ ਕਿਉਂਕਿ ਜਿਹੜਾ ਮਰਿਆਦਾ ਜਿਹੜੀ ਹੈ ਧਰਮ ਦੀ, ਅਸੀਂ ਉਹਨੂੰ ਅਜੇ ਤੱਕ ਪੜ੍ਹਿਆ ਹੀ ਨਹੀਂ ਹੈ। ਮਰਿਆਦਾ ਇਹ ਹੈ ਕਿ ਪਹਿਲਾਂ ਆਪਣੀ ਕਿਰਤ ਬਦਲੋ, ਆਪਣੇ ਘਰੋਂ ਪਾਪ ਦਾ ਪੈਸਾ ਕੱਢੋ, ਫਿਰ ਆਪਣੀ ਕਿਰਤ ਕਰਕੇ ਜਦੋਂ ਤੁਸੀਂ ਪੁੰਨ ਕਰੋਗੇ, ਕਰੋ ਕਮਾਈ ਹਾਥਨ ਸੰਗਾ, ਤੈ ਮੈਂ ਕਰੋ ਪੁੰਨ ਸੋ ਅਮੰਗਾ। ਇਹਨਾਂ ਤਾਂ ਹੀ ਕਹਿੰਦੇ ਨਾ ਵੀ ਇਹ ਭਾਈ 10 ਨੌਹਾਂ ਦੀ, 10 ਨੌ ਕਿਹੜੇ ਨੇ? ਇਹੋ ਹੀ ਨੇ। ਇੱਕ ਛੋਟੀ ਉਂਗਲ, ਇੱਕ ਨਾਲ ਦੀ ਉਂਗਲ, ਇੱਕ ਵੱਡੀ ਉਂਗਲ, ਇੱਕ ਚੀਚੀ ਹੈ, ਇੱਕ ਅੰਗੂਠਾ, 5 ਨੌ ਨੇ, 5 ਇਧਰ ਨੇ। ਜਦੋਂ ਦੋਵਾਂ ਹੱਥਾਂ ਨਾਲ ਕਮਾਈ ਕਰਕੇ ਪੁੰਨ ਕਰੋਗੇ ਨਾ ਤੇ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ, ਫਿਰ ਉਹ ਫਲ ਖਾਲੀ ਨਹੀਂ ਜਾਏਗਾ। ਹਾਂਜੀ। ਗ੍ਰਾਮ ਬਿਖੈ ਧਰਮਸ਼ਾਲਾ ਰਚੀਐ, ਅਸਨ ਖਵਾਏ ਅਥਿਤ ਪੁੰਨ ਅਚੀਐ। ਪਿੰਡ ਵਿੱਚ ਬਣਾਓ, 5 ਇਧਰ ਨੇ। ਜਦੋਂ ਦੋਵਾਂ ਹੱਥਾਂ ਨਾਲ ਕਮਾਈ ਕਰਕੇ ਪੁੰਨ ਕਰੋਗੇ ਨਾ ਤੇ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ, ਫਿਰ ਉਹ ਫਲ ਖਾਲੀ ਨਹੀਂ ਜਾਏਗਾ। ਹਾਂਜੀ। ਗ੍ਰਾਮ ਬਿਖੈ ਧਰਮਸ਼ਾਲਾ ਰਚੀਐ, ਅਸਨ ਖਵਾਏ ਅਥਿਤ ਪੁੰਨ ਅਚੀਐ। ਪਿੰਡ ਵਿੱਚ ਬਣਾਓ ਧਰਮਸ਼ਾਲਾ, ਫਿਰ ਕੀ ਕਰੋ? ਉੱਥੇ ਫਿਰ ਗਰੀਬਾਂ ਨੂੰ, ਰਾਹਗੀਰਾਂ, ਮੁਸਾਫਰਾਂ ਨੂੰ ਭੋਜਨ ਖਵਾਓ, ਮੰਜਾ ਬਿਸਤਰਾ ਦਿਓ।
ਹੁਣ ਅਸੀਂ ਕਲੋਨੀ 'ਚ ਪਹਿਲਾਂ ਗੁਰਦੁਆਰਾ ਬਣਾਉਂਦੇ ਆ, ਅਗਲੇ ਦਿਨ ਵੋਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਮਹੱਲੇ ਦੇ ਵਿੱਚ ਗੁਰਦੁਆਰਾ ਕਾਹਦੇ ਲਈ ਬਣਾਇਆ? ਕਿ ਸਵੇਰੇ ਉੱਠ ਕੇ ਮੱਥਾ ਟੇਕਿਆ ਕਰਾਂਗੇ, ਪਾਠ ਸੁਣਿਆ ਕਰਾਂਗੇ, ਤੇ ਮੁੜ ਕੇ ਉਹਦੇ ਪ੍ਰਬੰਧ ਲਈ ਇਲੈਕਸ਼ਨ ਸ਼ੁਰੂ ਹੋ ਗਈ। ਇਲੈਕਸ਼ਨ ਦੇ ਲਈ ਫਿਰ ਅਸੀਂ ਇੱਕ ਦੂਜੇ ਦੇ ਪੁਤਲੇ ਫਰੋਲਣੇ ਸ਼ੁਰੂ ਕਰ ਦਿੱਤੇ। ਉਸੇ ਮਹੱਲੇ ਵਿੱਚ ਜਿੰਨਾ ਚਿਰ ਗੁਰਦੁਆਰਾ ਨਹੀਂ ਸੀ, ਕੋਈ ਧੜਾ ਨਹੀਂ ਸੀਗਾ, ਸਾਰੇ ਬੜੇ ਸੋਹਣੇ ਰਹਿੰਦੇ ਸੀ। ਜਦੋਂ ਗੁਰਦੁਆਰਾ ਬਣ ਗਿਆ ਉਦੋਂ ਦੋ ਗਰੁੱਪ ਬਣ ਗਏ, ਇੱਕ ਇੱਧਰ ਦਾ ਹੋ ਗਿਆ, ਇੱਕ ਇੱਧਰ ਦਾ ਹੋ ਗਿਆ। ਉੱਥੇ ਫਿਰ ਕਈ ਵਾਰੀ ਲੜਾਈ ਵੀ ਹੁੰਦੀ ਹੈ, ਫਿਰ ਇੱਕ ਦੂਜੇ ਦੀ ਇੱਜ਼ਤ ਵੀ ਫਰੋਲੀ ਜਾਂਦੀ ਹੈ। ਇਹ ਚੰਗਾ ਨਹੀਂ ਹੈ ਜੀ, ਇਹ ਮਾੜਾ ਹੈ ਜੀ, ਇਹ ਉਦੋਂ ਮਾੜਾ ਹੈ ਜੀ। ਜਿਹੜੀਆਂ ਗੱਲਾਂ ਕਿਸੇ ਨੂੰ ਨਹੀਂ ਪਤਾ ਸੀ ਉਹ ਮਹੱਲੇ 'ਚ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਨਹੀਂ, ਧਰਮਸ਼ਾਲਾ ਬਣਾਉਣੀ ਹੈ, ਉਹਦੇ ਸਿਰਫ ਦੋ ਹੀ ਕੰਮ ਨੇ, ਉੱਥੇ ਬੈਠ ਕੇ ਪਾਠ ਪੂਜਾ ਕਰਨੀ ਹੈ। ਰਾਹਗੀਰ ਮੁਸਾਫਰ ਭੁੱਖੇ ਨੂੰ ਲੰਗਰ ਦੇਣਾ ਹੈ, ਰਾਹਗੀਰ ਮੁਸਾਫਰ ਨੂੰ ਮੰਜਾ ਬਿਸਤਰਾ ਦੇਣਾ ਹੈ। ਸਤਨਾਮ ਕੋ ਸਿਮਰਨ ਕਰਨੋ, ਮੰਤਰ ਸਰਬ ਕੋ ਲਖਣ ਕੋ ਹਰਨੋ। ਉੱਥੇ ਬਹਿ ਕੇ ਸਤਨਾਮ ਦਾ ਸਿਮਰਨ ਕਰਨਾ ਹੈ। ਉੱਥੇ ਇਸ ਮੰਤਰ ਦਾ ਜਾਪ ਕਰਨਾ ਹੈ ਜਿਹੜਾ ਤੁਹਾਡੇ ਸਾਰੇ ਪਾਪ ਮਿਟਾਏਗਾ। ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਇਹ ਦੁੱਖ ਭੰਜਨ ਤੇਰਾ ਨਾਮ ਜੀ, ਸਾਰੇ ਦੁੱਖ ਤੁਹਾਡੇ ਤੋੜ ਦੇਵੇਗਾ ਜਦੋਂ ਤੁਸੀਂ ਰੱਬ ਦੀ ਬੰਦਗੀ ਕਰੋਗੇ। ਹਾਂਜੀ, ਕਿਰਤ ਕਰੋ ਆਪਣੀ ਦਿਨ ਮਾਹੀ, ਮਿਲੋ ਸਾਂਝ ਧਰਮਸ਼ਾਲਾ ਜਾਹੀ। ਸਵੇਰੇ ਉੱਠ ਕੇ ਧਰਮਸ਼ਾਲਾ ਜਾਣਾ ਹੈ, ਦਿਨ ਵੇਲੇ ਕੰਮ ਕਰਨਾ ਹੈ। ਜਦੋਂ ਸ਼ਾਮਾਂ ਪੈਣ ਉਦੋਂ ਫਿਰ ਧਰਮਸ਼ਾਲਾ ਵਿੱਚ ਇਕੱਠੇ ਹੋਣਾ ਹੈ। ਹਾਂਜੀ, ਤਹਾਂ ਬੈਠ ਪ੍ਰਭ ਕੀਰਤ ਗਾਵੋ, ਪੂਰਾ ਹੋਤ ਨਾਮੈ ਲਿਵ ਲਾਵੋ। ਉੱਥੇ ਬੈਠ ਕੇ ਰੱਬ ਦੀ ਭਗਤੀ ਕਰਨੀ ਹੈ, ਸਵੇਰੇ ਵੀ ਕਰਨੀ, ਸ਼ਾਮੀ ਵੀ ਕਰਨੀ ਹੈ, ਤੇ ਦਿਨ ਵੇਲੇ ਆਪਣੀ ਕਿਰਤ ਕਰਨੀ, ਰਾਤ ਵੇਲੇ ਆਰਾਮ ਕਰਨਾ ਹੈ। ਹੁਣ ਕਿੱਡੀ ਸੋਹਣੀ ਟਾਈਮ ਵੰਡ ਸੀਗੀ। ਹੁਣ ਐਸੀਆਂ ਸ਼ਿਫਟਾਂ ਸ਼ੁਰੂ ਹੋਈਆਂ ਨੇ ਵੀ ਬਚੇ ਹੀ ਕੁਛ ਨਹੀਂ। ਐਸਾ ਡੇ ਨਾਈਟ ਅਸੀਂ ਸ਼ੁਰੂ ਕਰ ਲਿਆ। ਹੁਣ ਤਾਂ ਤੁਸੀਂ ਵੇਖਿਆ ਹੋਏਗਾ, ਲਿਖਿਆ ਹੀ ਇਹੀ ਹੁੰਦਾ ਹੈ। ਉਹ 24 ਲਿਖ ਕੇ ਨਾ /7 ਕੀਤਾ ਹੁੰਦਾ ਹੈ। ਮੈਨੂੰ ਨਹੀਂ ਸੀ ਪਤਾ, ਮੈਂ ਕਿਸੇ ਨੂੰ ਪੁੱਛਿਆ ਵੀ ਇਹ ਕੀ ਹੈ। ਉਹ ਕਹਿੰਦੇ ਇਹਦਾ ਮਤਲਬ ਵੀ 24 ਘੰਟੇ ਤੇ 7 ਦਿਨ। ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਕਿਤੇ ਨਹੀਂ ਹੈਗਾ 24 ਘੰਟੇ, ਕਿਤੇ 7 ਦਿਨ ਨਹੀਂ ਹੈਗਾ। ਹਾਂ, ਇਹ ਜ਼ਰੂਰ ਹੈਗਾ ਹੈ, ਸਵੇਰੇ ਉੱਠਣਾ ਹੈ, ਧਰਮ ਕਰਨਾ ਹੈ, ਦਿਨ ਵੇਲੇ ਕਿਰਤ ਕਰਨੀ ਹੈ, ਸ਼ਾਮ ਵੇਲੇ ਫਿਰ ਧਰਮ ਕਰਨਾ ਹੈ, ਰਾਤ ਵੇਲੇ ਆਰਾਮ ਕਰਨਾ ਹੈ। ਸਾਰੀ ਗੁਰਬਾਣੀ ਪੜ੍ਹ ਲਓ, ਤੁਹਾਨੂੰ ਇਹੀ ਮਿਲੇਗਾ। ਇਹ 24 ਘੰਟੇ 7 ਦਿਨ ਵਾਲਾ ਪਾਠ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗਾ। ਇਹ ਬੰਦੇ ਨੇ ਆਪਣੀ ਮੁਸੀਬਤ ਆਪ ਸਹੇੜੀ ਹੋਈ ਹੈ। ਸੰਤ ਅਥਿਤ ਕੀ ਸੇਵਾ ਕਰੀਐ, ਭਾਉ ਭਗਤ ਹਿਰਦੇ ਮਹਿ ਧਰੀਐ। ਕੋਈ ਸੰਤ ਆਵੇ, ਕੋਈ ਅਤਿਥੀ ਆਵੇ ਤੇ ਉਹਦੀ ਸੇਵਾ ਕਰਨੀ ਹੈ, ਉਹਨੂੰ ਪਿਆਰ ਕਰਨਾ ਹੈ। ਪ੍ਰਭੂ ਦੀ ਪ੍ਰੇਮਾ ਭਗਤੀ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਣਾ ਹੈ। ਰੱਬ ਨੂੰ ਸਿਰਫ 2 ਚੀਜ਼ਾਂ ਚਾਹੀਦੀਆਂ ਨੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਉਹ ਤੁਹਾਡੇ ਕੋਲੋਂ 2 ਚੀਜ਼ਾਂ ਮੰਗਦਾ, ਇੱਕ ਭਗਤੀ, ਇੱਕ ਭਾਉ। ਹੁਣ ਤੁਸੀਂ ਦੱਸ ਦਿਓ ਵੀ ਤੁਸੀਂ ਬਹਿ ਕੇ ਪਿਆਰ ਵਿੱਚ ਕਿਦਨ ਪਾਠ ਕੀਤਾ ਕਦੇ? ਕਦੇ ਪਿਆਰ ਵਿੱਚ ਬਹਿ ਕੇ ਕਥਾ ਸੁਣੀ ਹੈ? ਕਦੇ ਪਿਆਰ ਵਿੱਚ ਬਹਿ ਕੇ ਕੀਰਤਨ ਸੁਣਿਆ? ਕਦੇ ਪਿਆਰ ਵਿੱਚ ਬਹਿ ਕੇ ਕੀਰਤਨ ਕੀਤਾ ਨਾ। 21,000 ਦੀ ਭੇਟਾ ਹੁੰਦੀ ਹੈ, ਘੜੀ ਸਾਹਮਣੇ ਪਈ ਹੁੰਦੀ ਹੈ, ਟਾਈਮ ਪਾਸ ਹੋ ਰਿਹਾ ਹੁੰਦਾ ਹੈ, ਔਰ ਤੁਸੀਂ ਇੱਕ ਨਵਾਂ ਕੰਮ ਸੁਣਿਆ ਹੋਏਗਾ। ਇਹ ਜੀ ਸਾਧ ਸੰਗਤ ਨੇ ਫਰਮਾਇਸ਼ ਬੜੀ ਕੀਤੀ, ਮਤਲਬ ਪੁਰਾਣੇ ਸ਼ਬਦ ਪੜ੍ਹ ਕੇ 21,000 ਲੈ ਲੈਣਾ। ਉਹ ਇੰਨੀ ਫਰਮਾਇਸ਼ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਰੇ ਮਗਰ ਇਸੇ ਕੰਮ ਤੇ ਬੈਠੇ ਹੁੰਦੇ ਨੇ।
ਸੰਗਤ ਤੁਹਾਡੇ ਤੋਂ ਨਵੇਂ ਸ਼ਬਦ ਸੁਣਨਾ ਚਾਹੁੰਦੀ ਹੈ, ਨਵੇਂ ਆਉਂਦੇ ਨਹੀਂ। ਉਹ ਪਹਿਲੇ ਹੀ ਕਹਿ ਦਿੰਦੇ ਸਾਧ ਸੰਗਤ ਜੀ ਮਾਫ ਕਰਨਾ, ਸੰਗਤ ਨੇ ਸਿਫਾਰਿਸ਼ ਬੜੀ ਕੀਤੀ ਹੈ ਵੀ ਪੁਰਾਣੇ ਸ਼ਬਦ ਤੇ ਉਹ ਕੈਸਟ ਤੇ ਵੀ ਸੁਣ ਲੈਣਗੇ, ਤੁਹਾਡੇ ਸਾਹਮਣੇ ਬਹਿ ਕੇ ਸੁਣਨ ਦੀ ਕੀ ਲੋੜ ਹੈ। ਜਿੱਦਣ ਪਿਆਰ ਵਿੱਚ ਕਰਾਂਗੇ ਉਹ ਦੇਣੀ ਕੁਝ ਹੋਰ ਹੋਏਗਾ। ਕਿਸੇ ਦਿਨ ਰੱਬ ਦੇ ਪਿਆਰ ਵਿੱਚ ਉੱਠਿਓ, ਉਹਦੇ ਅਰਥ ਕੁਝ ਹੋਰ ਹੋਣਗੇ। ਪਿਆਰ ਵਿੱਚ ਬਹਿ ਕੇ ਪਾਠ ਕਰੇ, ਉਹਦੇ ਅਰਥ ਹੀ ਕੁਝ ਹੋਰ ਹੋਣਗੇ। ਰੱਬ ਨੂੰ ਸਿਰਫ ਦੋ ਹੀ ਚੀਜ਼ਾਂ ਚਾਹੀਦੀਆਂ ਨੇ, ਤੀਜੀ ਚੀਜ਼ ਦਾ ਉਹਦੇ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਤੁਸੀਂ ਗੁਰਦੁਆਰੇ ਚੌਲ ਲੈ ਕੇ ਆਉਂਦੇ ਹੋ, ਕਦੇ ਰੱਬ ਨੂੰ ਚੌਲ ਖਾਂਦੇ ਵੇਖਿਆ? ਚੌਲ ਕਿਹਦੇ ਲਈ ਲਿਆਏ ਹੋ ਤੁਸੀਂ ਪਤਾ ਹੈ? ਸੰਗਤ ਵਾਸਤੇ, ਕਿ ਰੱਬ ਦੇ ਬੰਦੇ ਆਉਣਗੇ ਤੇ ਉਹਨਾਂ ਨੂੰ ਖੀਰ, ਉਹਨਾਂ ਨੂੰ ਚੌਲਾਂ ਦਾ ਪਲਾਓ ਮਿਲੇਗਾ। ਦੁੱਧ ਤੁਸੀਂ ਲੈ ਕੇ ਆਏ, ਕਦੇ ਰੱਬ ਨੂੰ ਦੁੱਧ ਪੀਂਦੇ ਵੇਖਿਆ ਤੁਸੀਂ? ਤੁਹਾਨੂੰ ਖੁਦ ਪਤਾ ਹੈ ਕਾਹਦੇ ਲਈ ਲਿਆਏ ਹੋ, ਸੰਗਤ ਵਾਸਤੇ। ਦੁੱਧ ਦੀ ਖੀਰ ਬਣੇਗੀ, ਦੁੱਧ ਦੀ ਚਾਹ ਬਣੇਗੀ, ਸੰਗਤ ਪੀਏਗੀ, ਰੱਬ ਤੇ ਨਹੀਂ ਪੀਂਦਾ। ਤੁਸੀਂ ਦਾਲ ਕਾਹਦੇ ਲਈ ਲਿਆਏ ਹੋ, ਰੱਬ ਦਾਲ ਖਾਂਦਾ? ਤੁਹਾਨੂੰ ਖੁਦ ਪਤਾ ਹੈ ਵੀ ਸੰਗਤ ਵਾਸਤੇ ਹੈ। ਦਾਲ ਬਣੇਗੀ, ਸੰਗਤ ਪ੍ਰਸ਼ਾਦਾ ਛਕੇਗੀ। ਤੁਸੀਂ ਆਟੇ ਦੀ ਥੈਲੀ ਚੁੱਕੀ ਆਉਂਦੇ ਹੋ, ਕਦੇ ਰੱਬ ਨੂੰ ਆਟਾ ਚੱਟਦੇ ਵੇਖਿਆ ਆਪਾਂ? ਤੁਹਾਨੂੰ ਆਪ ਪਤਾ ਵੀ ਆਟਾ ਗੁੱਝੇਗਾ, ਇਹਦੀ ਰੋਟੀ ਪੱਕੇਗੀ, ਉਹ ਪ੍ਰਸ਼ਾਦੇ ਸੰਗਤ ਛਕੇਗੀ। ਸਾਨੂੰ ਖੁਦ ਪਤਾ ਹੈ ਇਹ ਸਾਰੀਆਂ ਚੀਜ਼ਾਂ ਸੰਗਤ ਵਾਸਤੇ ਨੇ। ਰੱਬ ਵਾਸਤੇ ਕੀ ਹੈ? ਰੱਬ ਵਾਸਤੇ ਸਿਰਫ ਤੁਹਾਡਾ ਪਿਆਰ ਹੈ। ਤੇ ਉਹ ਪਿਆਰ ਤੁਹਾਡੇ ਦੁੱਧ 'ਚ ਵੀ ਹੋ ਸਕਦਾ ਹੈ, ਇਹ ਪਿਆਰ ਤੁਹਾਡੇ ਚੌਲਾਂ ਵਿੱਚ ਵੀ ਹੋ ਸਕਦਾ ਹੈ, ਉਹ ਪਿਆਰ ਤੁਹਾਡੇ ਆਟੇ ਵਿੱਚ ਵੀ ਹੋ ਸਕਦਾ ਹੈ। ਤੁਸੀਂ ਇੱਥੇ ਵੇਖਿਓ ਲੰਗਰ ਸੇਵਾ ਕਰਦੇ, ਕਈਆਂ ਦੇ ਭਾਂਡੇ ਮਾਂਜਣ 'ਚ ਵੀ ਪਿਆਰ ਹੈ। ਕੋਈ ਏਦਾਂ ਖਲੋਤੇ ਹੋਣਗੇ, ਪੈਸਾ ਥਾਲੀ ਮੈਨੂੰ ਦੇ ਦਿਓ। ਤੇ ਕਈ ਮੇਰੇ ਵਰਗੇ ਇਦਾਂ ਦੇ ਵੀ ਹੁੰਦੇ ਨੇ ਵੀ ਉਹ ਵੇਖਦੇ ਵੀ ਇਹ ਤੇ ਥਾਲੀ ਛੱਡ ਗਿਆ ਤੇ ਉਹਨੂੰ ਮਗਰ ਜਾਣ ਕੇ ਫੜ ਕੇ ਲਿਆਉਣਗੇ, ਉਹ ਆਹ ਥਾਲੀ ਤੇਰਾ ਪਿਓ ਸਾਫ਼ ਕਰੇਗਾ। ਇਦਾਂ ਦੇ ਵੀ ਹੁੰਦੇ ਨੇ। ਇੱਕ ਉਹ ਵੀ ਹੈ ਜਿਹੜਾ ਤੁਹਾਡੀ ਥਾਲੀ ਵਾਸਤੇ ਹੀ ਖਲੋਤਾ ਹੈ, ਉਹਦੇ ਭਾਂਡੇ ਮਾਂਜਣ 'ਚ ਵੀ ਪਿਆਰ ਹੈ। ਤੇ ਭਾਂਡੇ ਉਹਨੇ ਕਿਉਂ ਮਾਂਜੇ? ਇਸ ਕਰਕੇ ਨਹੀਂ ਮਾਂਜੇ ਵੀ ਤੁਸੀਂ ਭੂਆ ਦੇ ਬੇਟੇ ਹੋ, ਨਹੀਂ। ਉਹ ਕਹਿੰਦੇ ਰੱਬ ਦੀ ਸੰਗਤ ਆਈ ਹੈ, ਸੰਗਤ ਦੇ ਝੂਠੇ ਭਾਂਡੇ ਮਾਂਜਾਂਗਾ, ਮੇਰਾ ਮਨ ਮਾਂਜਿਆ ਜਾਏਗਾ, ਮੇਰਾ ਭਲਾ ਹੋ ਜਾਏਗਾ। ਉਹਨੂੰ ਸੰਗਤ ਵਿੱਚੋਂ ਰੱਬ ਦੀਦਾ ਹੈ, ਰੱਬ ਦਿਸਣ ਕਰਕੇ ਉਹ ਪਾਸ ਹੋ ਜਾਂਦਾ ਹੈ। ਝਾੜੂ ਮਾਰ ਕੇ ਵੀ ਤੁਸੀਂ ਪਾਸ ਹੋ ਸਕਦੇ ਹੋ, ਭਾਂਡੇ ਮਾਂਜ ਕੇ ਵੀ ਪਾਸ ਹੋ ਸਕਦੇ ਹੋ, ਪਰ ਉਹਦੇ ਪਿੱਛੇ ਪਿਆਰ ਹੋਣਾ ਚਾਹੀਦਾ ਹੈ। ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਾਂਜੀ, ਇਹ ਉਪਦੇਸ਼ ਸਦੀਵ ਕਮਾਵੋ, ਤੁਮਰਾ ਭਲਾ ਹੋਏ ਸੁਖ ਪਾਵੋ। ਸਤਿਗੁਰੂ ਕਹਿੰਦੇ ਇਹ ਉਪਦੇਸ਼ ਸਦਾ ਕਮਾਉਣਾ ਹੈ, ਤੁਹਾਡਾ ਭਲਾ ਹੋ ਜਾਏਗਾ, ਸਾਰੇ ਪਾਪ ਬਖਸ਼ੇ ਜਾਣਗੇ ਤੁਹਾਡੇ। ਜਿੰਨੇ ਅੱਜ ਤੱਕ ਬੰਦੇ ਮਾਰ ਕੇ ਲੁੱਟੇ ਨੇ ਨਾ ਤੁਸੀਂ, ਬੰਦੇ ਮਾਰਨ ਤੱਕ ਦੇ ਜਿਹੜੇ ਤੁਸੀਂ ਮਰਡਰ ਕਰਨ ਦੇ ਪਾਪ ਕੀਤੇ ਨੇ, ਉਹ ਪਾਪ ਵੀ ਤੁਹਾਡੇ ਬਖਸ਼ੇ ਜਾਣਗੇ। ਹਾਂਜੀ, ਮਾਨੇ ਬਚਨ ਗੁਰੂ ਕੇ ਸਭ ਹੀ, ਦਰਬ ਲੁਟਾਏ ਦੀਨ ਤਿਨ ਤਬ ਹੀ। ਫਿਰ ਉਹਨਾਂ ਨੇ ਗੁਰੂ ਦੇ ਬਚਨ ਮੰਨ ਲੈ ਤੇ ਜਿਹੜਾ ਧਨ ਸੀ ਘਰਾਂ 'ਚ ਉਹ ਲੁਟਾ ਦਿੱਤਾ, ਵੀ ਇਹ ਤੇ ਪਾਪ ਦਾ ਧਨ ਹੈ, ਕੱਢ ਦਿੱਤਾ ਬਾਹਰ, ਵੰਡ ਦਿੱਤਾ ਲੋਕਾਂ ਵਿੱਚ। ਹਾਂਜੀ, ਖੇਤੀ ਕਰਨ ਲੱਗਿਓ ਸਭ ਗ੍ਰਾਮਾ, ਪੂਰਬ ਕੋ ਤਜ ਦਇਓ ਕੋ ਕਾਮਾ। ਹੁਣ ਉਹਨਾਂ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਦਾ ਹੁਕਮ ਸੀ ਖੇਤੀ ਕਰੋ। ਹੁਣ ਉਹ ਪੂਰਬ ਵਾਲੇ ਕੰਮ ਛੱਡ ਦਿੱਤੇ। ਪੂਰਬ ਵਾਲੇ ਕਿਹੜੇ? ਜਿਹੜੇ ਪਹਿਲਾਂ ਕਰਦੇ ਸੀ। ਅੱਜ ਵੀ ਅੰਮ੍ਰਿਤ ਛਕਿਓ ਤੇ ਸੁਣਿਓ, ਪੰਜ ਪਿਆਰੇ ਤੁਹਾਨੂੰ ਕਹਿਣਗੇ ਕਿ ਅੱਜ ਤੋਂ ਬਾਅਦ ਤੁਹਾਡੀ ਕੁੱਲ ਨਾਸ਼, ਤੁਹਾਡੀ ਕਿਰਤ ਨਾਸ਼, ਤੁਹਾਡਾ ਕਰਮ ਨਾਸ਼। ਇਹ ਕਿੱਦਾਂ ਹੋ ਗਿਆ ਜੀ?
ਭਾਵ ਭੁੱਲ ਜੋ ਅੱਜ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ। ਅੱਜ ਤੋਂ ਪਹਿਲਾਂ ਭੁੱਲ ਜਾਓ ਕਿ ਤੁਹਾਡੇ ਵੱਡ ਵਡੇਰੇ, ਤੁਹਾਡੀ ਵੰਸ਼ ਕੀ ਕਰਦੀ ਸੀ। ਅੱਜ ਤੋਂ ਪਹਿਲਾਂ ਤੁਸੀਂ ਕੀ ਧੰਦਾ ਕਰਦੇ ਸੀ, ਭੁੱਲ ਜਾਓ ਇਸ ਨੂੰ। ਸਵਾਲ ਹੈ ਅੱਜ ਤੋਂ ਬਾਅਦ ਕੀ ਕਰਨਾ ਹੈ। ਸਤਿਗੁਰ ਕੇ ਜਨਮੈ ਗਵਨ ਮਟਾਇਆ। ਜਿੱਦਣ ਗੁਰੂ ਦੇ ਘਰ ਜਨਮ ਹੋਏਗਾ ਆਵਾਗਵਣੀ ਵੀ ਮੁੱਕ ਜਾਏਗਾ। ਹਾਂਜੀ, ਧਰਮਸ਼ਾਲ ਮੇਲ ਸਕਲ ਸਵਾਰੀ, ਭਾਉ ਭਗਤ ਕੇ ਭੇ ਅਧਿਕਾਰੀ। ਉਹਨਾਂ ਨੇ ਗੁਰੂ ਜੀ ਦਾ ਬਚਨ ਮੰਨਿਆ, ਬੜੀ ਸੁੰਦਰ ਉਹਨਾਂ ਨੇ ਧਰਮਸ਼ਾਲਾ ਬਣਾਈ। ਹਾਂਜੀ, ਸਿਮਰਨ ਲੱਗੇ ਵਾਹਿਗੁਰੂ ਨਾਮੁ, ਸਿੱਖੀ ਰੀਤ ਲੀਨ ਅਬਰਾਮੁ। ਹੁਣ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਹੁਣ ਸਿੱਖੀ ਰੀਤ, ਸਿੱਖੀ ਮਰਿਆਦਾ ਦਾ ਉਹ ਪਾਲਣ ਕਰਦੇ ਨੇ। ਹਾਂਜੀ, ਕਿਤਕ ਦਿਵਸ ਬਸ ਕਰ ਤੇਹ ਥਾਨਾ, ਭਾਉ ਭਗਤ ਬਿਦ ਨੀਕ ਦ੍ਰਿੜਾਨਾ। ਕੁਝ ਦਿਨ ਸਤਿਗੁਰੂ ਉਸ ਨਗਰ ਵਿੱਚ ਰਹੇ। ਭਾਉ ਭਗਤੀ ਭਲੀ ਪ੍ਰਕਾਰ ਉਹਨਾਂ ਨੂੰ ਦ੍ਰਿੜ ਕਰਾ ਦਿੱਤੀ ਵੀ ਇਹ ਦੋ ਹੀ ਚੀਜ਼ਾਂ ਨੇ, ਇੱਕ ਭਾਉ ਹੈ, ਇੱਕ ਭਗਤੀ ਹੈ। ਇੱਕ ਪਰਮਾਤਮਾ ਦੀ ਯਾਦ ਹੈ ਔਰ ਇੱਕ ਪਰਮਾਤਮਾ ਨਾਲ ਪਿਆਰ ਹੈ। ਵੇਖੋ, ਪਿਆਰ ਤੋਂ ਬਿਨਾਂ ਯਾਦ ਆਏਗੀ ਨਹੀਂ। ਇਹ ਗੱਲਾਂ ਆਪਸ ਵਿੱਚ ਬੜੀਆਂ ਓਤ-ਪੋਤ ਨੇ। ਹੁਣ ਤੁਸੀਂ ਕਹੋ ਜੀ ਮੈਂ ਸਿਮਰਨ ਕਰਦਾ, ਨਹੀਂ, ਭੁਲੇਖਾ ਹੈ ਤੁਹਾਨੂੰ। ਕਈ ਵਾਰੀ ਨਾ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ। ਹੁਣ ਪਾਠ ਕਰਦਿਆਂ ਤੁਹਾਨੂੰ ਚੇਤਾ ਆਉਂਦਾ ਹੈ ਵੀ ਉਹ ਬੰਦੇ ਕੋਲੋਂ ਪੈਸੇ ਲੈਣੇ ਨੇ, ਬੜਾ ਚਿਰ ਹੋ ਗਿਆ। ਜਦੋਂ ਮੰਗੀਦੇ ਨੇ ਉਦੋਂ ਹੀ ਟਾਲ ਜਾਂਦਾ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਪਾਠ ਕਿਹੜਾ ਕੀਤਾ? ਜਪਜੀ ਸਾਹਿਬ ਦਾ। ਤੇ ਸਿਮਰਨ ਕਾਹਦਾ ਕੀਤਾ? ਜਿਹੜੇ ਪੈਸੇ ਫਸੇ ਨੇ। ਇੱਕੋ ਟਾਈਮ ਦੋ ਕੰਮ ਕੀਤੇ ਨੇ ਤੁਸੀਂ। ਜਿਹੜੀ ਗੱਲ ਤੁਹਾਡੇ ਚੇਤੇ ਵਿੱਚ ਹੈ ਉਹ ਪੈਸਿਆਂ ਦੀ ਹੈ, ਜਿਹੜੀ ਗੱਲ ਤੁਹਾਡਾ ਮੂੰਹ ਕਰ ਰਿਹਾ ਹੈ ਉਹ ਪਾਠ ਹੈ। ਇਸ ਕਰਕੇ ਜਿਹੜੀ ਭਾਉ ਭਗਤੀ ਹੈ ਉਹ ਇਸ ਤੋਂ ਅਗਲੀ ਸਟੇਜ ਹੈ। ਭਾਉ ਭਗਤੀ ਉਦੋਂ ਹੋਏਗੀ ਜਦੋਂ ਤੁਹਾਨੂੰ ਇਹ ਵਿਸ਼ਵਾਸ ਹੋ ਜਾਏਗਾ ਵੀ ਇਹ ਜੋ ਕੁਝ ਹੈ ਸਭ ਰੱਬ ਕਰਕੇ ਹੈ। ਅਗਰ ਮੈਂ ਤੰਦਰੁਸਤ ਹਾਂ ਤੇ ਰੱਬ ਕਰਕੇ। ਮੈਨੂੰ ਕਈਆਂ ਨੇ ਕਿਹਾ ਪਿਛਲੇ ਸਾਲ, ਗਿਆਨੀ ਜੀ ਤੁਸੀਂ ਬੜੀ ਸੇਵਾ ਕੀਤੀ। ਮੈਂ ਕਿਹਾ ਭਾਈ ਉਹਨੇ ਕਰਾ ਲਈ, ਜੋ ਮੈਨੂੰ ਵੈਂਟੀਲੇਟਰ ਤੇ ਪਾ ਦਿੰਦਾ ਮੈਂ ਕੀ ਕਰ ਲੈਂਦਾ, ਮੈਨੂੰ ਕਰੋਨਾ ਹੋ ਜਾਂਦਾ ਮੈਂ ਕੀ ਕਰ ਲੈਂਦਾ। ਅਗਰ ਆਪਾਂ ਨੂੰ ਇਹ ਗੱਲ ਸਮਝ ਆ ਜਾਏ ਕਿ ਜੇ ਮੈਂ ਠੀਕ ਹਾਂ ਤਾਂ ਉਹਦੀ ਗ੍ਰੇਸ ਹੈ, ਉਹਦੀ ਕਿਰਪਾ ਹੈ। ਤੁਸੀਂ ਪੜ੍ਹੇ ਲਿਖੇ ਹੋ, ਇਹ ਵੀ ਉਹਦੀ ਗ੍ਰੇਸ ਹੈ। ਨਹੀਂ ਤੇ ਤੁਹਾਡੀ ਜਮਾਤ ਵਿੱਚ ਕਈ ਬੱਚੇ ਬੈਠਦੇ ਹੋਣਗੇ, ਪਹਿਲਾਂ ਬੋਰੀ ਤੇ ਬਹਿੰਦੇ ਹੋਣਗੇ, ਫਿਰ ਬੈਂਚ ਤੇ ਬਹਿੰਦੇ ਹੋਣਗੇ, ਫਿਰ ਕੰਟੀਨ 'ਚ ਬਹਿ ਕੇ ਵੀ ਤੁਹਾਡੇ ਨਾਲ ਕਈਆਂ ਨੇ ਪਕੌੜੇ ਖਾਧੇ ਹੋਣੇ ਨੇ, ਕਈ ਉੱਥੇ ਹੀ ਪਿਛਾਂਹ ਮੋੜ ਆਏ, ਤੁਸੀਂ ਗਾਂਹ ਚਲੇ ਗਏ। ਇਹ ਵੀ ਉਹਦੀ ਕਿਰਪਾ ਹੈ। ਤੁਹਾਡੀ ਸਿਹਤ ਠੀਕ ਹੈ, ਇਹ ਉਹਦੀ ਕਿਰਪਾ ਹੈ। ਨਹੀਂ ਤਾਂ ਸਾਡੇ ਨਾਲ ਦੇ ਕਈ ਬਿਮਾਰ ਹੋਣਗੇ। ਜੇ ਅਸੀਂ ਜਿਉਂਦੇ ਬੈਠੇ ਹਾਂ, ਮੈਂ ਤੇ ਕਈ ਵਾਰੀ ਬੇਨਤੀ ਕੀਤੀ ਵੀ ਹੁਣ ਨਹੀਂ ਪੁੱਛਦਾ ਕੋਈ, ਪਹਿਲਾਂ ਪੁੱਛਦੇ ਹੁੰਦੇ ਸੀ, ਪੁੱਤਰੋ ਸੁਣਾ ਤੁਹਾਡੇ ਪਿੰਡ ਦਾ ਅਮਕਾ ਬੰਦਾ ਹੈਗਾ? ਉਦੋਂ ਬੱਚੇ ਹੁੰਦੇ ਸੀ, ਨਹੀਂ ਸਮਝ ਆਉਣੀ, ਕਹਿਣਾ ਹਾਂ ਬੇਬੇ ਕੀ ਹੋਇਆ, ਹੱਡਾ ਕੱਟਾ ਹੈ, ਉਹ ਠੀਕ ਹੈ। ਹੁਣ ਜਾ ਕੇ ਸਮਝ ਆਉਂਦੀ ਹੈ ਕਿਸੇ ਦਾ ਜਿਉਂਦਾ ਹੋਣਾ ਬੜੀ ਵੱਡੀ ਗੱਲ ਹੈ, ਮਰ ਜਾਣਾ ਇਹ ਤੇ ਸੱਚ ਹੈ। ਅਗਰ ਕੋਈ ਬੰਦਾ 80 ਸਾਲ ਦਾ ਹੋ ਕੇ ਵੀ ਹੈਗਾ, ਇਹ ਉਹਦੀ ਗ੍ਰੇਸ ਹੈ। ਨਹੀਂ ਤੇ ਮੌਤ ਤੇ 20 ਸਾਲ ਦੇ ਬੱਚੇ ਨੂੰ ਵੀ ਆ ਜਾਂਦੀ ਹੈ, 25 ਸਾਲ ਦੇ ਬੱਚੇ ਨੂੰ ਵੀ ਆ ਜਾਂਦੀ ਹੈ। ਮਰ ਤੇ 6 ਮਹੀਨਿਆਂ ਦਾ, 9 ਮਹੀਨਿਆਂ ਦਾ ਬੱਚਾ ਵੀ ਜਾਂਦਾ ਹੈ। ਅਗਰ ਕੋਈ 90 ਸਾਲ ਦਾ ਵੀ ਹੋ ਕੇ ਤੁਰਿਆ ਫਿਰਦਾ ਤੇ ਇਹ ਉਹਦੀ ਗ੍ਰੇਸ ਹੈ, ਉਹਦੀ ਕਿਰਪਾ ਹੈ। ਇਹਨਾਂ ਗੱਲਾਂ ਤੋਂ ਬਿਨਾਂ ਭਗਤੀ ਸ਼ੁਰੂ ਹੋਣੀ ਨਹੀਂ। ਤੁਸੀਂ ਗੱਡੀ 'ਚ ਬਹਿਣ ਲੱਗੇ ਹੋ ਤੇ ਜੇ ਤੁਹਾਨੂੰ ਲੱਗੇ ਵੀ ਇਹ ਤੇ ਉਹਦੀ ਕਿਰਪਾ ਹੈ। ਮੈਂ ਕਾਰ 'ਚ ਬਹਿਣ ਲੱਗਾ, ਇੱਥੋਂ ਕਈ ਹੁਣ ਗੁਰਦੁਆਰੇ ਨਿਕਲ ਗਏ ਤੇ ਅਜੇ ਬੱਸ ਲੱਭਣਗੇ ਵਿਚਾਰੇ। ਆਪੇ ਭਗਤੀ ਹੋ ਗਈ ਵੀ ਉਹਦੀ ਕਿਰਪਾ ਹੈ, ਮੈਂ ਕਾਰ 'ਚ ਬਹਿਣ ਲੱਗਾ, ਅਜੇ ਕਈਆਂ ਨੇ ਬੱਸ ਲੱਭਣੀ ਹੈ ਬਾਹਰ ਖਲੋ ਕੇ।
ਪਤਾ ਨਹੀਂ ਕਦੋਂ ਆਏਗੀ ਤੇ ਕਦੋਂ ਉਤਰਨਗੇ, ਅੱਗੋਂ ਫੇਰ ਤੁਰਨਾ ਪਏਗਾ, ਘਰ ਜਾਣਾ, ਫੇਰ ਅੱਗੋਂ ਰਕਸ਼ਾ ਲੱਭਣਗੇ। ਜਿੰਨਾ ਚਿਰ ਇਹ ਸਾਰੀਆਂ ਗੱਲਾਂ ਇਕੱਠੀਆਂ ਨਹੀਂ ਹੁੰਦੀਆਂ, ਭਗਤੀ ਨਹੀਂ ਹੋਣੀ। ਇਹ ਚੇਤਾ ਰੱਖਿਓ ਜੀ। ਅਗਰ ਤੁਸੀਂ ਆਫੀਸਰ ਹੋ, ਇਹ ਵੀ ਉਹਦੀ ਗ੍ਰੇਸ ਹੈ, ਉਹਦੀ ਕਿਰਪਾ ਹੈ। ਕਿਸੇ ਨੇ ਕਿਹਾ ਨਾ ਅਫਸਰ ਨੂੰ, ਕਹਿੰਦਾ ਜੀ ਆ ਜਿਹੜਾ ਤੁਹਾਡੇ ਬੂਹੇ ਅੱਗੇ ਬੰਦਾ ਖਲੋਤਾ ਹੈ, ਇਹ ਮੂਰਖ ਹੈ, ਇਹਨੂੰ ਗੱਲ ਕਰਨੀ ਵੀ ਨਹੀਂ ਆਉਂਦੀ। ਅਫਸਰ ਕਹਿਣ ਲੱਗਾ ਜੀ ਬਿਲਕੁਲ ਮੂਰਖ ਹੈ। ਕਹਿੰਦਾ ਜੀ ਤੁਹਾਨੂੰ ਪਤਾ ਹੈ? ਕਹਿੰਦਾ ਹਾਂ। ਕਹਿੰਦਾ ਕਿਉਂ? ਕਹਿੰਦਾ ਇਸੇ ਕਰਕੇ ਤੇ ਬਾਹਰ ਖਲੋਤਾ, ਨਹੀਂ ਤੇ ਮੇਰੀ ਕੁਰਸੀ ਤੇ ਨਾ ਬਹਿ ਜਾਂਦਾ। ਜੇ ਸਿਆਣਾ ਹੁੰਦਾ ਤੇ ਇਹਨੇ ਮੇਰੀ ਕੁਰਸੀ ਤੇ ਬੈਠੇ ਹੋਣਾ ਸੀ। ਇਹ ਮੂਰਖ ਹੋਣ ਦੀ ਵਜ੍ਹਾ ਨਾਲ ਜਿੰਨੇ ਸਾਲ ਹੋ ਗਏ ਮੈਨੂੰ ਅੰਦਰ ਬੈਠਿਆ, ਉਹਨੇ ਸਾਲ ਹੋ ਗਏ ਇਹਨੂੰ ਬਾਹਰ ਖਲੋਤੇ ਆ। ਇਹ ਮੂਰਖ ਹੈ, ਮੈਨੂੰ ਪਤਾ। ਕਹਿੰਦਾ ਮੈਨੂੰ ਪਤਾ ਹੈ। ਹਰ ਚੀਜ਼ ਉਹਦੀ ਕਿਰਪਾ ਹੈ। ਅਗਰ ਅੱਖਾਂ ਵੇਖ ਰਹੀਆਂ ਨੇ ਤੇ ਉਹਦੀ ਕਿਰਪਾ ਹੈ। ਕਈਆਂ ਦੀ ਜੋਤ ਚਲੀ ਗਈ ਹੈ। ਇਸ ਕਰਕੇ ਭਗਤੀ ਏਦਾਂ ਨਹੀਂ ਹੁੰਦੀ ਜਿੱਦਾਂ ਆਪਾਂ ਕਰਮ ਤੁਰੇ ਹੋਏ ਆ ਵੀ ਇੱਕ ਸਿਮਰਨਾ ਫੜ ਲਿਆ ਤੇ ਭਗਤੀ ਹੋ ਜਾਏਗੀ ਨਾ। ਭਗਤੀ ਹੋਏਗੀ ਜਦੋਂ ਤੁਹਾਡਾ ਮਨ ਕਬੂਲ ਕਰੇਗਾ ਕਿ ਸਭ ਕੁਝ ਮੇਰੇ ਕਰਕੇ ਨਹੀਂ ਹੈ, ਰੱਬ ਕਰਕੇ ਹੈ। ਇਹ ਮੇਰੇ ਕਰਕੇ ਨਹੀਂ ਹੈ। ਜੇ ਮੈਂ ਵੀ ਹਾਂ ਤੇ ਇਹ ਵੀ ਉਹਦੇ ਕਰਕੇ ਹੈ। ਉਸ ਤੋਂ ਬਾਅਦ ਭਗਤੀ ਸ਼ੁਰੂ ਹੋ ਜਾਏਗੀ। ਹਾਂਜੀ। ਬਖਸ਼ੇ ਸਰਬ ਪਾਪ ਤਿਨ ਕੇਰੇ, ਬਹੁ ਰਚ ਲਾਏ ਪੰਥ ਪੁਲੇਰੇ। ਸਤਿਗੁਰੂ ਨੇ ਉਹਨਾਂ ਨੂੰ ਭਾਉ ਭਗਤੀ ਦ੍ਰਿੜ ਕਰਾਈ, ਉਹਨਾਂ ਨੂੰ ਭਲੇ ਸਿੱਖੀ ਦੇ ਮਾਰਗ ਤੇ ਤੋਰਿਆ ਤੇ ਉਹਨਾਂ ਦੇ ਪਾਪ ਬਖਸ਼ ਦਿੱਤੇ, ਮਾਫ ਕਰ ਦਿੱਤੇ ਗੁਰੂ ਨਾਨਕ ਨੇ। ਹਾਂਜੀ। ਵਿਦਾ ਭਏ ਤਿਨ ਤੇ ਬਰਿਆਈ, ਆਗੇ ਕੀਨੋ ਗਮਨ ਗੁਸਾਈ। ਇੱਥੋਂ ਫਿਰ ਸਤਿਗੁਰੂ ਜ਼ਬਰਦਸਤੀ ਤੁਰੇ ਨੇ। ਉਹ ਜਾਣ ਨਹੀਂ ਸੀ ਦਿੰਦੇ। ਉਹ ਕਹਿੰਦੇ ਸੀ ਨਾ ਹੁਣ ਨਹੀਂ ਜਾਣਾ ਹੈ, ਇੱਥੇ ਹੀ ਰਹਿਣਾ ਹੈ, ਅਸੀਂ ਤੁਹਾਡੀ ਸੇਵਾ ਕਰਾਂਗੇ। ਉੱਥੋਂ ਸਤਿਗੁਰੂ ਜੀ ਅੱਗੇ ਵਿਦਾ ਹੋਏ ਨੇ, ਅੱਗੇ ਪ੍ਰਸਥਾਨ ਕੀਤਾ। ਹਾਂਜੀ। ਮਹਾ ਅਗੀ ਜਿਨ ਜਗਤ ਉਦਾਰੇ, ਤਿਨ ਦਰਸ਼ਨ ਪਰ ਕਬ ਬਲਹਾਰੇ। ਕਵੀ ਜੀ ਕਹਿੰਦੇ ਨੇ ਇਹ ਉਹ ਸਤਿਗੁਰੂ ਹੈ ਜਿਹਦੇ ਦਰਸ਼ਨ ਕੀਤਿਆਂ ਪਾਪੀਆਂ ਦੇ ਉਧਾਰ ਹੁੰਦੇ ਨੇ, ਉਹ ਗੁਰੂ ਨਾਨਕ ਹੈ। ਤੇ ਕਵੀ ਜੀ ਕਹਿੰਦੇ ਮੈਂ ਉਸ ਗੁਰੂ ਨਾਨਕ ਤੋਂ ਸਦਕੇ ਜਾਨਾ, ਕੁਰਬਾਨ ਜਾਨਾ, ਮੈਂ ਉਸ ਗੁਰੂ ਨਾਨਕ ਤੋਂ ਵਾਰਨੇ ਬਲਹਾਰਨੇ ਜਾਨਾ। ਅੱਜ ਸਮਾਂ ਸਮਾਪਤ ਹੈ, ਇਹ ਪ੍ਰਸੰਗ ਵੀ ਪੂਰਾ ਹੋ ਗਿਆ। ਅੱਗੇ ਕਥਾ ਆਏਗੀ ਜਿਹੜੀ ਕਾਰੂ ਬਾਦਸ਼ਾਹ ਦੀ ਕਥਾ ਹੈ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨੇ ਮੁਰਦਿਆਂ ਦੇ ਮੂੰਹ ਚੋਂ ਵੀ ਰੁਪਈਏ ਕੱਢ ਲਏ ਸੀ। ਸਤਿਗੁਰੂ ਕਿਰਪਾ ਕਰਨ ਇਹ ਕਥਾ ਆਪਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਸੱਚੇ ਪਾਤਸ਼ਾਹ ਸਮਾਂ ਬਖਸ਼ਿਸ਼ ਕਰਨ, ਭੁੱਲਾਂ ਬਖਸ਼ੋ ਜੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।